ਕਹਿੰਦੇ ਪੰਜਾਬੀਆਂ ਨੂੰ ਕੋਈ ਕੰਮ ਦਿੱਤਾ ਜਾਵੇ ਤੇ ਉਹ ਉਸ ਦੇ ਵਿੱਚ ਜੁਗਾੜ ਨਾ ਲੱਭਣ, ਇਹ ਕਿਵੇਂ ਹੋ ਸਕਦਾ? ਇਹ ਡਰੈਗਨ ਫਰੂਟ ਹੈ ਜਿਹੜਾ ਕਿ ਜਸਪ੍ਰੀਤ ਨੇ ਲੁਧਿਆਣੇ ਦੇ ਵਿੱਚ ਇੰਟਰੋਡਿਊਸ ਕਰਵਾਇਆ, ਆਪਣੇ ਬਾਗ ਦੇ ਵਿੱਚ ਲਗਾਇਆ। ਕੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ 8.5 ਤੋਂ 9 ਲੱਖ ਰੁਪਏ ਪ੍ਰੋਫਿਟ ਹੁੰਦਾ ਇਸ ਦੇ ਨਾਲ? ਇਹ ਮੈਂ ਕੱਢ ਰਿਹਾ ਜੀ ਪ੍ਰੋਫਿਟ। ਅਜੇ ਮੈਂ ਪਲਾਂਟ ਦੀ ਇਨਕਮ ਨਹੀਂ ਦੱਸੀ। ਕਈ ਕਣਕ ਝੋਨਾ ਜਾਂ ਫਿਰ ਹੋਰ ਵੀ ਖੇਤੀ ਵੱਲ ਕਿਉਂ ਜਾਂਦੇ ਨੇ, ਕਿਉਂ ਜਾਗਰੂਕ ਨਹੀਂ ਹੈਗੇ ਕਿ ਇਦਾਂ ਦੇ ਫਰੂਟਸ ਵੀ ਲਗਾਏ ਜਾ ਸਕਦੇ? ਇਹਦੇ 'ਚ ਲੈਕ ਆਫ ਅਵੇਅਰਨੈਸ ਹੈ ਜੀ। ਨੌਜਵਾਨ ਕਿੰਨੇ ਕੁ ਪੈਸੇ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਸਟਾਰਟ ਕਰ ਸਕਦੇ ਨੇ, ਬਗੀਚੇ ਲਗਾ ਸਕਦੇ? ਕੀ ਆਈਡੀਆ ਆਖਿਰਕਾਰ ਕਿੱਥੋਂ ਆਇਆ? ਆਈਡੀਆ ਜੀ ਸ਼ੁਰੂ ਤੋਂ ਸ਼ੌਂਕ ਸੀਗਾ। ਇਸ ਬਾਗ ਦੇ ਵਿੱਚ ਕਿੰਨੇ ਕਿਸਮ ਦੇ ਡਰੈਗਨ ਫਰੂਟ ਨੇ? ਜੀ ਮੇਰੇ ਕੋਲੇ ਤਕਰੀਬਨ 62 ਤਰ੍ਹਾਂ ਦਾ 62 ਤਰ੍ਹਾਂ ਦਾ ਡਰੈਗਨ ਫਰੂਟ ਹੈਗਾ ਤੇ ਤਕਰੀਬਨ ਅੱਜ ਦੀ ਡੇਟ 'ਚ ਜੇ ਗੱਲ ਕਰੀਏ ਮੇਰੇ ਕੋਲ 5 ਤੋਂ 7 ਏਕੜ ਡਰੈਗਨ ਹੈਗਾ ਕੱਲ। ਇੱਕ ਵਾਰੀ ਦਿਖਾ ਦਿਓ ਕਿ ਡਰੈਗਨ ਫਰੂਟ ਦਾ ਜਿਹੜਾ ਕਿ ਪੌਦਾ ਕਿਹੋ ਜਿਹਾ ਹੁੰਦਾ ਹੈ। ਦਾ ਸਪੋਰਟ ਨਹੀਂ ਹੁੰਦੀ, ਇਹਨੂੰ ਸਪੋਰਟ ਦੇਣੀ ਪੈਂਦੀ ਹੈ ਤੇ ਇਹਨੂੰ ਇਦਾਂ ਆਪਾਂ ਕੰਕਰੀਟ ਦਾ ਜਿਹੜਾ ਪੋਲ ਹੈ ਇਦਾਂ ਆਪਾਂ ਸਪੋਰਟ ਦਿੰਨੇ ਆ। ਇਸ ਤੋਂ ਇਲਾਵਾ ਯੂਨੀਕ ਕੀ ਕਰ ਰਹੇ ਹੋ ਆਪਣੇ ਬਾਗ ਦੇ? ਮੈਂ ਜੀ ਆਵਾਕਾਡੋ ਲਗਾਇਆ ਹੋਇਆ। ਆਵਾਕਾਡੋ ਦੇ 6-7 ਵੈਰਾਈਟੀਆਂ ਹੈਗੀਆਂ ਨੇ। ਕੀ ਕੱਤੇ ਆ ਕੇ ਨੁਕਸਾਨ ਵੀ ਝੱਲਣਾ ਪਿਆ? ਨਹੀਂ ਜੀ, ਮੈਨੂੰ ਹਜੇ ਤੱਕ ਇਹਦੇ 'ਚ ਕੋਈ ਨੁਕਸਾਨ ਨਹੀਂ। ਖੇਤੀ ਕੁਦਰਤ ਨਾਲ ਚੱਲਦੀ ਹੈ। ਕੁਦਰਤ ਦੀ ਮਾਰ, ਜਿਵੇਂ ਹੁਣ ਅੱਜ ਕੱਲ੍ਹ ਕਣਕਾਂ ਡਿੱਗੀਆਂ ਪਈਆਂ, ਵਿਛੀਆਂ ਪਈਆਂ ਨੇ, ਉਸ ਕਰਕੇ ਜੇ ਇਹਦਾ ਦੇਖੀਏ ਤਾਂ ਇਹਨੂੰ ਕੁਦਰਤ ਦੀ ਜੇ ਮਾਰ ਪਊਗੀ ਵੀ ਤੇ ਇਹਦੇ 'ਚ ਇੰਨੀ ਕੈਪੇਬਿਲਿਟੀ ਹੈਗੀ ਹੈ ਕਿ ਉਹ ਕੁਦਰਤ ਦੀ ਆਫਤ 'ਚੋਂ ਨਿਕਲ ਕੇ ਬੰਦੇ ਨੂੰ ਆਰਥਿਕ ਤੰਗੀ ਨਹੀਂ ਲੈ ਕੇ ਆਉਣ ਦਿੰਦਾ। ਲਾਸਟ ਈਅਰ ਮੇਰੀ ਯੈਲੋ ਦੀ ਬਹੁਤ ਸੋਹਣੀ ਪ੍ਰੋਡਕਸ਼ਨ ਹੈਗੀ, ਜਿਹੜੀ ਇਜ਼ਰਾਈਲੀ ਯੈਲੋ ਵੈਰਾਈਟੀ ਹੈ, ਉਹ ਮੈਂ ਖੁਦ 700 ਰੁਪਏ ਸੇਲ ਕੀਤਾ ਮਾਰਕੀਟ ਦੇ। ਜਸਪ੍ਰੀਤ ਜੀ, ਉੱਪਰ ਤਾਂ ਵਾਇਰਸ ਮੈਂ ਦੇਖ ਲਿਆ, ਨੀਚੇ ਜਿਹੜੀਆਂ ਵਾਇਰਸ ਲੱਗੀਆਂ ਨੇ ਇਹ ਕਿਸ ਚੀਜ਼ ਲਈ? ਇਹ ਵਾਇਰ ਨਹੀਂ ਜੀ, ਇਹ ਪਾਈਪ ਹੈ। ਇਹ ਤੁਪਕਾ ਪਾਣੀ ਸੁੱਟਦੀ ਆ ਬੂਟੇ ਦੇ ਜੜ ਦੇ ਵਿੱਚ। ਖੁੱਲਾ ਪਾਣੀ ਨਹੀਂ ਆਉਂਦਾ ਤੇ ਜਿਹੜਾ ਥੋੜਾ ਪਾਣੀ ਆਉਂਦਾ ਬੂਟੇ ਨੂੰ ਰੱਜਵਾਂ ਪਾਣੀ ਮਿਲਦਾ ਪਰ ਥੋੜਾ ਮਿਲਦਾ, ਉਹਦੇ ਨਾਲ ਬੂਟੇ ਦੀ ਗਰੋਥ ਸੋਹਣੀ ਹੁੰਦੀ ਹੈ ਤੇ ਬਿਮਾਰੀ ਨਹੀਂ ਲੱਗਦੀ। ਫਿਰ ਜਦੋਂ ਪੰਜਾਬ ਦੇ ਵਿੱਚ ਇੰਨੀ ਗਰਮੀ ਪੈਂਦੀ ਹੈ, ਉਸ ਦਰਮਿਆਨ ਤੁਸੀਂ ਉਸ ਨੂੰ ਸੇਵ ਕਿਵੇਂ ਕਰਦੇ ਹੋ? ਦੇਖੋ ਜੀ, ਜਿਵੇਂ ਹੁਣ ਕਾਫੀ ਦਾ ਬੂਟਾ ਹੈ, ਇਹ ਸਬ ਟ੍ਰੋਪੀਕਲ ਆਪਣਾ ਪੂਰਾ ਪਿਓਰ ਟ੍ਰੋਪੀਕਲ ਕਲਾਈਮੇਟ ਪਲਾਂਟ ਹੈ। ਹੁਣ ਇਹਨੂੰ ਅਸੀਂ ਸਿਲਵਰ ਓਕ ਦੇ ਪਲਾਂਟ ਦੇ ਥੱਲੇ ਲਾਇਆ ਹੋਇਆ। ਜਿਵੇਂ ਇਹਨੂੰ ਇੱਥੋਂ ਸਿਰਫ ਮਾਰਨਿੰਗ ਸਨ ਮਿਲਣਾ ਤੇ ਜਿਵੇਂ ਦੁਪਹਿਰ ਦੀ ਗਰਮ ਧੁੱਪ ਇਹਦੇ ਤੇ ਜਿਹੜੀ ਗਰਮੀ ਦੀ ਪੂਰੀ ਧੁੱਪ ਨਹੀਂ ਪੈਣੀ, ਕਿਉਂਕਿ ਇਹ ਪੇੜ ਨੇ ਇਹਦੇ ਤੇ ਆ ਦਰਖਤ ਨੇ ਤੇ ਛਾਂ ਕਰ ਦੇਣੀ ਹੈ ਜੀ। ਕੋਈ ਟਾਈਮ ਸੀ ਜਦੋਂ ਪੰਜਾਬ ਨੂੰ ਅੰਨਦਾਤਾ ਕਿਹਾ ਜਾਂਦਾ ਸੀ, ਪਰ ਜੇਕਰ ਅੱਜ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੰਜਾਬ ਨੂੰ ਸਿਰਫ ਇੱਕੋ ਹੀ ਤਗਮਾ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਨੌਜਵਾਨੀ ਤਾਂ ਨਸ਼ੇ 'ਚ ਪੈ ਰਹੀ ਹੈ, ਪੰਜਾਬ ਦੀ ਨੌਜਵਾਨੀ ਤਾਂ ਵਿਦੇਸ਼ਾਂ ਦੇ ਵਿੱਚ ਆ ਰਹੀ ਹੈ, ਪੰਜਾਬ ਦੀ ਨੌਜਵਾਨੀ ਕਿਸੇ ਲਾਇਕ ਨਹੀਂ ਹੈ। ਪਰ ਇਹ ਗੱਲ ਸਿਰਫ ਅਖਬਾਰਾਂ ਦੇ ਵਿੱਚ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਅਸਲ 'ਚ ਪੰਜਾਬ ਦੀ ਨੌਜਵਾਨੀ ਕੀ ਹੈ, ਅੱਜ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ। ਇੱਕ ਅਜਿਹੇ ਨੌਜਵਾਨ ਨਾਲ ਤੁਹਾਨੂੰ ਮਿਲਾਨ ਲੱਗੇ ਹਾਂ ਜਿਸਨੇ ਕਿਸਾਨੀ ਨੂੰ ਤਾਂ ਬਰਕਰਾਰ ਰੱਖਿਆ ਹੀ ਹੋਇਆ, ਉਸਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨ ਸਭ ਕੁਝ ਕਰ ਸਕਦੇ ਨੇ। ਸੋ ਗੱਲ ਕਰ ਰਹੀ ਹਾਂ ਮੈਂ ਜਸਪ੍ਰੀਤ ਜੀ ਦੀ। ਦੱਸਦੇ ਹਾਂ ਜੀ ਜਸਪ੍ਰੀਤ ਜੀ ਕੀ ਕਰਦੇ ਨੇ, ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨੇਸ਼ਨ ਪੋਸਟ ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜਸਪ੍ਰੀਤ ਦੀ ਜੇਕਰ ਮੈਂ ਗੱਲ ਕਰਾਂ, ਜਸਪ੍ਰੀਤ ਨੇ BBA ਕੀਤੀ ਹੋਈ ਹੈ, MBA ਕੀਤੀ ਹੋਈ ਹੈ, LLB ਕੀਤੀ ਹੋਈ ਹੈ, LLM ਵੀ ਕੀਤੀ ਹੋਈ ਹੈ, ਪਰ ਉਸ ਤੋਂ ਬਾਅਦ ਵੀ ਇਹ ਕਿਸਾਨੀ ਦੇ ਨਾਲ ਜੁੜੇ ਹੋਏ ਨੇ। ਮੇਰੇ ਪਿੱਛੇ ਤੁਸੀਂ ਇੱਕ ਵਾਰ ਤਸਵੀਰਾਂ ਰਾਹੀਂ ਦੇਖ ਰਹੇ ਹੋ ਕਿ ਖੇਤੀ ਤੁਹਾਨੂੰ ਨਜ਼ਰ ਆਉਂਦੀ ਹੋਏਗੀ, ਬਾਗ ਤੁਹਾਨੂੰ ਨਜ਼ਰ ਆਉਂਦੇ ਹੋਣਗੇ। ਇਹ ਫਰੂਟਾਂ ਦੇ ਬਾਗ ਨੇ। ਇਹ ਡਰੈਗਨ ਫਰੂਟ ਹੈ ਜਿਹੜਾ ਕਿ ਜਸਪ੍ਰੀਤ ਨੇ ਲੁਧਿਆਣੇ ਦੇ ਵਿੱਚ ਇੰਟਰੋਡਿਊਸ ਕਰਵਾਇਆ, ਆਪਣੇ ਬਾਗ ਦੇ ਵਿੱਚ ਲਗਾਇਆ। ਇਹੀ ਨਹੀਂ, ਜਸਪ੍ਰੀਤ ਵੱਲੋਂ ਆਪਣੇ ਬਾਗਾਂ ਦੇ ਵਿੱਚ ਕਰੀਬ 300 ਕਿਸਮ ਦੇ ਫਰੂਟਾਂ ਦੀ ਜਿਹੜੀ ਕਿ ਖੇਤੀ ਕੀਤੀ ਜਾਂਦੀ ਹੈ। 300 ਕਿਸਮ ਦੇ ਫਰੂਟ ਆਪਣੇ ਬਾਗ ਦੇ ਵਿੱਚ ਲਗਾਏ ਗਏ ਨੇ। ਸੋ ਜਸਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਆਈਡੀਆ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਆਈਡੀਆ ਆਖਿਰਕਾਰ ਕਿੱਥੋਂ ਆਉਂਦਾ? ਆਈਡੀਆ ਜੀ ਸ਼ੁਰੂ ਤੋਂ ਸ਼ੌਂਕ ਸੀਗਾ, ਗਾਰਡਨਿੰਗ ਦਾ ਕਹਿ ਲਓ ਜਾਂ ਫਰੂਟ ਪਲਾਂਟਸ ਦਾ ਕਹਿ ਲਓ। ਬਚਪਨ ਤੋਂ ਸ਼ੌਂਕ ਸੀਗਾ, ਉਹਨੂੰ ਫਿਰ ਇੰਪਲੀਮੈਂਟ ਕੀਤਾ। ਪੈਸ਼ਨ ਸੀਗਾ, ਨੋ ਡਾਊਟ। ਫਿਰ ਬੰਦਾ ਕਹਿੰਦਾ ਜੇ ਪੈਸ਼ਨ ਨੂੰ ਪ੍ਰੋਫੈਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ ਜੀ। ਪਰ ਤੁਸੀਂ ਜਿਹੜੀ ਸਟੱਡੀ ਕੀਤੀ ਹੋਈ ਹੈ, ਉਹ ਵਕਾਲਤ ਕੀਤੀ ਹੈ, ਉਸ ਦੇ ਨਾਲ ਤੁਸੀਂ MBA ਕੀਤੀ ਹੋਈ ਹੈ, ਇਸ ਦੇ ਨਾਲ ਐਗਰੀਕਲਚਰ ਦਾ ਕਿਵੇਂ ਮੇਲ? ਦੇਖੋ ਜੀ, ਜਿਹੜੀ ਪੜ੍ਹਾਈ ਆ ਉਹਦਾ ਕਿਤੇ ਨਾ ਕਿਤੇ ਮੈਨੂੰ ਬੈਨੀਫਿਟ ਮਿਲਿਆ, ਕਿਉਂਕਿ ਜੇ ਮੈਂ ਇੰਨੀ ਪੜ੍ਹਾਈ ਕੀਤੀ ਤਾਂ ਮੈਨੂੰ ਰਿਸਰਚ ਕਰਨੀ ਆਈ, ਤਾਂ ਮੈਨੂੰ ਇੱਕ ਪਰਟੀਕੂਲਰ ਜੀ ਇੱਕ ਫੀਲਡ ਕਹਿ ਲਓ ਕਿ ਰਿਸਰਚ ਕਰਨੀ ਆਈ, ਤਾਂ ਉਸ ਮੈਂ ਫੀਲਡ ਨੂੰ ਜੇ ਆਪਾਂ ਪੈਸ਼ਨ ਨੂੰ ਸੀਗਾ ਮੇਰਾ, ਤੇ ਉਹਦੇ ਤੇ ਮੈਂ ਇੰਨੀ ਰਿਸਰਚ ਕੀਤੀ ਜੀ। ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਜਿਸ ਬਾਗ ਦੇ ਵਿੱਚ ਅਸੀਂ ਖੜੇ ਹਾਂ, ਇਹ ਡਰੈਗਨ ਫਰੂਟ ਦਾ ਬਾਗ ਤੁਸੀਂ ਇਸ ਨੂੰ ਕਹਿੰਦੇ ਹੋ। ਇਸ ਬਾਗ ਦੇ ਵਿੱਚ ਕਿੰਨੇ ਕਿਸਮ ਦੇ ਡਰੈਗਨ ਫਰੂਟ ਨੇ? ਜੀ ਮੇਰੇ ਕੋਲੇ ਤਕਰੀਬਨ 62 ਤਰ੍ਹਾਂ ਦਾ 62 ਤਰ੍ਹਾਂ ਦਾ ਡਰੈਗਨ ਫਰੂਟ ਹੈਗਾ।
ਤੇ ਜਸਪ੍ਰੀਤ ਜੀ, ਜੇਕਰ ਮੈਂ ਕਰੋਨਾ ਕਾਲ ਤੋਂ ਪਹਿਲੇ ਦੀ ਗੱਲ ਕਰਾਂ ਤਾਂ ਉਸ ਤੋਂ ਪਹਿਲਾਂ ਕਿਸੇ ਨੂੰ ਡਰੈਗਨ ਫਰੂਟ ਬਾਰੇ ਪਤਾ ਵੀ ਨਹੀਂ ਸੀ ਹੁੰਦਾ। ਮਤਲਬ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਲੋਕਾਂ ਨੂੰ ਕਿ ਇਹਦਾ ਬੈਨੀਫਿਟ ਕੀ ਹੈ, ਕਿੱਥੋਂ ਆਉਂਦਾ ਹੈ, ਕਿਹੋ ਜਿਹਾ ਫਰੂਟ ਹੈ, ਈਵਨ ਕਿ ਇਹਦਾ ਟੇਸਟ ਕੀ ਹੈ। ਤੁਹਾਨੂੰ ਕਿੱਦਾਂ ਨੌਲੇਜ ਹੈ ਇਸ ਫਰੂਟ ਬਾਰੇ? ਮੈਂ ਜੀ ਕਿਤੇ ਮੈਰਿਜ ਤੇ ਗਿਆ ਸੀਗਾ ਤੇ ਉੱਥੇ ਮੈਂ ਦੇਖਿਆ ਫਰੂਟ ਤੇ ਇੱਕ ਮਾਈਂਡ 'ਚ ਕਿਉਰਿਓਸਿਟੀ ਆਈ ਕਿ ਕੀ ਚੀਜ਼ ਹੈ, ਤੇ ਫਿਰ ਆ ਕੇ ਉਹਦੇ ਤੇ ਰਿਸਰਚ ਕੀਤਾ। ਤੇ ਪਹਿਲਾਂ ਤਾਂ ਕਾਫੀ ਜਦੋਜਹਿਦ ਕੀ ਲੱਗੀ, ਰਿਸਰਚ ਨਹੀਂ ਪਤਾ ਲੱਗ ਰਿਹਾ ਸੀਗਾ। ਫਿਰ ਹੌਲੀ ਹੌਲੀ ਪਤਾ ਲੱਗਿਆ ਕਿ ਪਤਾਇਆ ਨਾਮ ਦਾ ਸਾਊਥ ਅਮਰੀਕਨ ਦਾ ਵੈਰਾਈਟੀ ਆ ਫਰੂਟ ਦੀ, ਤੇ ਜਿਹਨੂੰ ਡਰੈਗਨ ਫਰੂਟ ਵੀ ਕਿਹਾ ਜਾਂਦਾ ਹੈ। ਤੇ ਉਹ ਅੱਜ ਕੱਲ੍ਹ ਵੀਅਤਨਾਮ ਦੇ ਵਿੱਚ ਇਹਦੀ ਸਭ ਤੋਂ ਵੱਧ ਕਮਰਸ਼ੀਅਲ ਪਲਾਂਟੇਸ਼ਨ ਇਹਦੀ ਹੈਗੀ ਹੈ ਜੀ। ਤੇ ਉਹਦੇ ਤੋਂ ਤਹਿਤ ਪਤਾ ਲੱਗਿਆ ਮੈਨੂੰ। ਫਿਰ ਹੌਲੀ ਹੌਲੀ ਪਲਾਂਟਿੰਗ ਮਟੀਰੀਅਲ ਸੋਰਸ ਕਰਨਾ ਸ਼ੁਰੂ ਕੀਤਾ। ਫਿਰ ਪਲਾਂਟਿੰਗ ਮਟੀਰੀਅਲ ਜਦੋਂ ਮਿਲਿਆ, ਫਿਰ ਕੁਝ ਸਾਲ ਮੈਂ ਟੈਰੇਸ ਗਾਰਡਨ ਤੇ ਇਹਦਾ ਟਰਾਇਲ ਕੀਤਾ। ਫਿਰ ਟਰਾਇਲ ਐਂਡ ਐਰਰ ਦੇ ਥਰੂ ਮੈਨੂੰ ਪਤਾ ਲੱਗਿਆ ਕਿ ਇਹਦੀ ਕਮਰਸ਼ੀਅਲੀ ਬਹੁਤ ਵਧੀਆ ਸਕਸੈਸ ਰੇਟ ਹੈਗਾ। ਫਿਰ ਉਹਨੂੰ ਮੈਂ ਇੰਪਲੀਮੈਂਟ ਕੀਤਾ ਖੇਤ ਦੇ ਵਿੱਚ। ਪਹਿਲਾਂ ਮੈਂ 200 ਪੋਲ ਦੇ ਵਿੱਚ ਟਰਾਇਲ ਕੀਤਾ ਸੀਗਾ, ਤੇ ਤਕਰੀਬਨ ਅੱਜ ਦੀ ਡੇਟ 'ਤੇ ਜੇ ਗੱਲ ਕਰੀਏ ਮੇਰੇ ਕੋਲ 5 ਤੋਂ 7 ਏਕੜ ਡਰੈਗਨ ਹੈਗਾ ਇਕੱਲਾ ਜੀ। ਸੋ 5 ਤੋਂ 7 ਏਕੜ ਡਰੈਗਨ ਫਰੂਟ ਦੀ ਤੁਸੀਂ ਗੱਲ ਕਰ ਰਹੇ ਹੋ। ਇਸ ਫਰੂਟ ਦੀਆਂ ਕਿਸਮਾਂ ਤੁਸੀਂ ਕਿਹਾ ਕਿ 62 ਕਿਸਮਾਂ ਸਾਡੇ ਕੋਲ ਨੇ। ਸਭ ਤੋਂ ਜ਼ਿਆਦਾ ਯੂਨੀਕ ਕਿਸਮ ਕਿਹੜੀ ਹੈ? ਯੂਨੀਕ ਕਿਸਮਾਂ ਜੀ ਸਾਰੀਆਂ ਹੀ ਯੂਨੀਕ ਨੇ, ਬਟ ਜੋ ਮੇਰੀ ਮਨਪਸੰਦ ਹੈ ਜੀ ਉਹ ਐਕੁਆਡੋਰੀਅਨ ਪਲੋਰਾ ਵੈਰਾਈਟੀ ਹੈ। ਉਹ ਐਕੁਆਡੋਰ ਜਿਹੜਾ ਰੀਜਨ ਹੈ ਸਾਊਥ ਅਮਰੀਕਾ ਦਾ, ਉੱਥੋਂ ਦਾ ਪਲੋਰਾ ਰੀਜਨ ਹੈ, ਉਹਨੂੰ ਉਸ ਨਾਮ ਦਿੱਤਾ ਗਿਆ ਫਰੂਟ ਦਾ। ਤੇ ਉਹ ਯੈਲੋ ਕਲਰ ਦਾ ਹੁੰਦਾ, ਉਹਦੇ ਬਾਹਰ ਕੰਡੇ ਹੁੰਦੇ ਆ, ਤੇ ਉਹ ਸਭ ਤੋਂ ਮਿੱਠਾ ਡਰੈਗਨ ਫਰੂਟ ਹੈ ਪੂਰੀ ਦੁਨੀਆ ਦਾ। ਮਤਲਬ ਜੇ ਤੁਸੀਂ ਮਿੱਠੇ ਤੋਂ ਮਿੱਠਾ ਅੰਬ ਵੀ ਕਹੋਗੇ, ਉਹ ਅੰਬ ਨੂੰ ਵੀ ਫੇਲ ਕਰਦਾ। ਅੰਬ ਤੇ ਲੀਚੀ ਦਾ ਕੰਬੀਨੇਸ਼ਨ ਤੁਸੀਂ ਕਹਿ ਸਕਦੇ ਹੋ ਕਿ ਇੰਨਾ ਮਿੱਠਾ ਡਰੈਗਨ ਹੈ। ਜਿਸ ਵਿੱਚ ਮੋਸਟਲੀ ਹੁੰਦਾ ਹੈ ਕਿ ਜਿਹੜੀ ਫਰੂਟਸ ਦੀ ਜਾਂ ਜਿਹੜੇ ਸਬਜ਼ੀਆਂ ਦੀ, ਵੈਜੀਟੇਬਲਸ ਦੀ ਖੇਤੀ ਬਾਹਰਲੇ ਦੇਸ਼ਾਂ 'ਚ ਹੁੰਦੀ ਹੈ, ਲੋਕ ਨਹੀਂ ਸੋਚਦੇ ਕਿ ਅਸੀਂ ਉਹਨਾਂ ਨੂੰ ਇੱਥੇ ਵੀ ਉਗਾ ਸਕਦੇ ਹਾਂ, ਇੱਥੇ ਵੀ ਉਸ ਦਾ ਬਗੀਚਾ ਲਗਾ ਸਕਦੇ ਹਾਂ। ਤੁਹਾਡੇ ਮਾਈਂਡ ਦੇ ਵਿੱਚ ਇਹ ਕਨਸੈਪਟ ਕਿੱਦਾਂ ਆਉਂਦਾ ਕਿ ਮੈਂ ਡਰੈਗਨ ਫਰੂਟ ਹੈ ਕਿ ਇੱਥੇ ਉਹਦੀ ਜਿਹੜੀ ਕਿ ਕਿਸਮ ਲੈ ਕੇ ਆਵਾਂਗੇ, ਤੇ ਸਭ ਤੋਂ ਪਹਿਲਾਂ ਕਿਵੇਂ ਪੌਦਾ ਇੱਥੇ ਲੈ ਕੇ ਆਉਂਦੇ? ਦੇਖੋ ਜੀ, ਪਹਿਲਾਂ ਤਾਂ ਪਲਾਂਟਿੰਗ ਮਟੀਰੀਅਲ 'ਤੇ ਹੀ ਦਿੱਕਤ ਆਉਂਦੀ ਆ। ਆਪਾਂ ਰਿਸਰਚ ਜਿੰਨੀ ਮਰਜ਼ੀ ਕਰ ਲਈਏ, ਪਲਾਂਟਿੰਗ ਮਟੀਰੀਅਲ ਲੱਭਣਾ ਬਹੁਤ ਔਖਾ ਹੈ। ਉਸ ਕਰਕੇ ਥੋੜ੍ਹਾ ਜਿਹਾ ਇੰਡੀਵਿਜੂਅਲੀ ਆਪਣੇ ਐਫਰਟ ਦੇਣੇ ਪੈਂਦੇ ਆ। ਤੇ ਫੋਰਨ ਦੇ ਵਿੱਚ ਮੈਨੂੰ ਫੇਸਬੁੱਕ ਥਰੂ ਕੰਟੈਕਟ ਲੱਭੇ, ਉਹਨਾਂ ਨੂੰ ਕੰਟੈਕਟ ਕੀਤਾ। ਜਿਵੇਂ ਹੁਣ ਮੰਨ ਕੇ ਚਲੋ, ਜੇ ਕੋਈ ਵੀ ਚੀਜ਼ ਕਰਨੀ ਔਖੀ ਨਹੀਂ ਹੈਗੀ, ਥੋੜ੍ਹਾ ਜਿਹਾ ਟਾਈਮ ਦੇਣਾ ਪੈਂਦਾ। ਉਸ ਤਰੀਕੇ ਮੈਂ ਇਹਨੂੰ ਟਾਈਮ ਦਿੱਤਾ, 6 ਮਹੀਨੇ ਸਾਲ ਦਿੱਤੇ ਰਿਸਰਚ ਨੂੰ। ਫਿਰ ਮੈਂ ਇਹਦਾ ਪਲਾਂਟਿੰਗ ਮਟੀਰੀਅਲ ਪਤਾ ਕੀਤਾ, ਕੁਛ ਮੈਂ ਥਾਈਲੈਂਡ ਤੋਂ ਮੰਗਾਏ, ਕੁਛ USA ਤੋਂ ਮੰਗਾਏ। ਉੱਦਾਂ ਹੀ ਫਿਰ ਇਹਨਾਂ ਦੀ ਪ੍ਰੋਪੋਗੇਸ਼ਨ ਕਰਕੇ ਮਲਟੀਪਲਾਈ ਕੀਤਾ। ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਕੋਈ ਬਹੁਤ ਚੀਜ਼ਾਂ ਕਾਮਯਾਬ ਹੋ ਸਕਦੀਆਂ, ਜਿੱਦਾਂ ਮੈਂ ਹੁਣ 300 ਤਰ੍ਹਾਂ ਦਾ ਫਰੂਟ ਲਗਾਇਆ ਹੋਇਆ, ਤੇ ਮੈਂ ਟਰਾਇਲ ਚੱਲ ਰਹੀ ਹੈ ਡਰੈਗਨ ਦੇ ਨਾਲ ਮੈਂ ਆਵਾਕਾਡੋ ਵੀ ਲਗਾਇਆ, ਤੇ ਹੋਰ ਥਾਈ ਲੌਂਗਨ ਹੈ। ਮਤਲਬ ਪੰਜਾਬ ਦੀ ਬਹੁਤ ਵਧੀਆ ਪੋਟੈਂਸ਼ੀਅਲ ਹੈ ਇੱਕ ਆਪਣਾ ਹਾਰਟੀਕਲਚਰ ਲਈ। ਜੀ, ਤੁਸੀਂ ਲਗਭਗ ਜਿਹੜੀ ਕਿ 9 ਏਕੜ ਦੇ ਵਿੱਚ ਇਹ ਫਰੂਟਾਂ ਦੇ ਬਾਗ ਲਗਾਏ ਹੋਏ ਨੇ। ਆਪਾਂ ਥੋੜਾ ਜਿਹਾ ਬਾਗਬਾਨੀ ਦੇ ਜਿਹੜੇ ਕਿ ਲੋਕ ਨੇ ਜਿਨ੍ਹਾਂ ਨੂੰ ਦਿਲਚਸਪੀ ਹੈ ਇਹਨਾਂ ਦੇ ਵਿੱਚ, ਇੱਕ ਵਾਰੀ ਦਿਖਾ ਦਿਓ ਕਿ ਡਰੈਗਨ ਫਰੂਟ ਦਾ ਜਿਹੜਾ ਕਿ ਪੌਦਾ ਕਿਹੋ ਜਿਹਾ ਹੁੰਦਾ ਤੇ ਕਿਵੇਂ, ਕਿਹੜਾ ਰੂਪ ਲੈ ਲੈਂਦਾ ਤੇ ਕਿਵੇਂ ਉਸ ਨੂੰ ਬੀਜਿਆ ਜਾ ਸਕਦਾ। ਇਹਦਾ ਡਰੈਗਨ ਫਰੂਟ ਦਾ ਜੀ ਇੱਦਾਂ ਦੇਖੋ, ਇੱਕ ਕੈਕਟਸ ਵੈਰਾਈਟੀ ਹੈ ਇਹ, ਕਲਾਈਂਬਰ ਵੈਰਾਈਟੀ ਜਿਹਨੂੰ ਆਪਾਂ ਕਹਿ ਦਿੰਦੇ ਆ। ਇਹਦੀ ਖੁਦ ਦਾ ਸਪੋਰਟ ਨਹੀਂ ਹੁੰਦੀ, ਇਹਨੂੰ ਸਪੋਰਟ ਦੇਣੀ ਪੈਂਦੀ ਹੈ। ਤੇ ਇਹਨੂੰ ਇਦਾਂ ਆਪਾਂ ਕੰਕਰੀਟ ਦਾ ਜਿਹੜਾ ਪੋਲ ਹੈ, ਇਦਾਂ ਆਪਾਂ ਸਪੋਰਟ ਦਿੰਦੇ ਆ। ਤੇ ਇਹਨੂੰ ਕੰਕਰੀਟ ਦਾ ਆਪਾਂ ਸਪੋਰਟ ਦੇਵਾਂਗੇ, ਇਹ ਇਦਾਂ ਇਹਨੂੰ ਨਾਲ ਆਪਾਂ ਬੰਨ੍ਹੀ ਜਾਣਾ। ਜਿਵੇਂ ਆਪਾਂ ਨਾਲ ਇਹਨੂੰ ਬੰਨ੍ਹੀ ਜਾਵਾਂਗੇ, ਤੇ ਉੱਪਰ ਆ ਕੇ ਇੱਕ ਨਾ ਰਿੰਗ ਦੇਣਾ ਹੁੰਦਾ। ਇਹ ਜਦੋਂ ਰਿੰਗ ਦੇਵਾਂਗੇ, ਰਿੰਗ ਦਾ ਮੇਨ ਮਕਸਦ ਹੈ ਜਿਹੜੀ ਇਹਦੀ ਕਨੋਪੀ ਬਣਾਉਣੀ ਹੈ। ਇਹ ਕਨੋਪੀ ਨੂੰ ਇਸਟੈਬਲਿਸ਼ ਕਰਨਾ ਹੈ। ਜਦੋਂ ਇਹ ਕਨੋਪੀ ਇਸਟੈਬਲਿਸ਼ ਹੋ ਗਈ, ਉਸ ਤੋਂ ਬਾਅਦ ਇਹਦੀ ਜਿਹੜੀ ਫਲਾਵਰਿੰਗ ਤੇ ਫਰੂਟਿੰਗ ਸ਼ੁਰੂ ਹੋਊਗੀ। ਜੀ, ਤੇ ਤੁਸੀਂ ਚੂਜ਼ ਕਾਹਤੋਂ ਕੀਤਾ ਡਰੈਗਨ ਫਰੂਟ ਦਾ? ਮਤਲਬ ਦੂਸਰੇ ਪੌਦਿਆਂ ਨਾਲੋਂ ਅਲੱਗ ਵੀ ਕਿਵੇਂ ਹੈ? ਇਹ ਇੱਕ ਤਾਂ ਦੇਖੋ ਜੀ, ਐਗਜ਼ੋਟਿਕ ਫਰੂਟ ਹੈ, ਇਸ ਟਾਈਮ ਨਵਾਂ ਫਰੂਟ ਹੈ। ਜੇ ਆਪਾਂ ਕਹੀਏ ਨਵਾਂ ਫਰੂਟ ਹੈ ਤਾਂ ਆਪਣੇ ਕੋਲ ਇਨੀਸ਼ੀਅਲ ਕਾਫੀ ਸਾਲ ਹੈਗੇ ਆ ਵਧੀਆ ਪ੍ਰੋਫਿਟ ਕਮਾਉਣ ਦੇ। ਤੇ ਉਸ ਤੋਂ ਬਾਅਦ ਜੋ ਮੇਰੀ ਇਹਦੇ 'ਚ ਰਿਸਰਚ ਸੀਗੀ, ਇਹਦੀ ਮੇਨ ਰਿਸਰਚ ਦਾ ਜੋ ਮੇਨ ਜਿਹੜੇ ਪੁਆਇੰਟ ਸੀਗੇ, ਕਿਉਂਕਿ ਖੇਤੀ ਕੁਦਰਤ ਨਾਲ ਚੱਲਦੀ ਹੈ। ਕੁਦਰਤ ਦੀ ਮਾਰ, ਜਿਵੇਂ ਹੁਣ ਅੱਜ ਕੱਲ੍ਹ ਕਣਕਾਂ ਡਿੱਗੀਆਂ ਪਈਆਂ, ਵਿਛੀਆਂ ਪਈਆਂ ਨੇ, ਉਸ ਕਰਕੇ ਜੇ ਇਹਦਾ ਦੇਖੀਏ ਤਾਂ ਇਹਨੂੰ ਕੁਦਰਤ ਦੀ ਜੇ ਮਾਰ ਪਊਗੀ ਵੀ, ਤੇ ਇਹਦੇ 'ਚ ਇੰਨੀ ਕੈਪੇਬਿਲਿਟੀ ਹੈਗੀ ਆ ਕਿ ਉਹ ਕੁਦਰਤ ਦੀ ਆਫਤ 'ਚੋਂ ਨਿਕਲ ਕੇ ਬੰਦੇ ਨੂੰ ਆਰਥਿਕ ਤੰਗੀ ਨਹੀਂ ਲੈ ਕੇ ਆਉਣ ਦਿੰਦਾ। ਕਹਿ ਸਕਦੇ ਹਾਂ ਕਿ ਅਸੀਂ ਇਹ ਜਿਹੜਾ ਮੈਂ ਦੇਖ ਰਹੀ ਹਾਂ, ਇਹ ਫਰੂਟ ਦਾ ਪੌਦਾ ਕਹਿ ਸਕਦੇ ਹਾਂ, ਇਹ ਹਾਰਡਕੋਰ ਪੌਦਾ ਇੱਕ। ਹਾਂਜੀ, ਬਹੁਤ ਹਾਰਡਕੋਰ ਹਾਰਡੀ ਪੌਦਾ ਹੈਗਾ। ਜਿਵੇਂ ਹੁਣ ਤੁਸੀਂ ਆਹ ਦੇਖੋ, ਆਹ ਕੰਡੇ ਹੈ, ਇਹਦੇ ਕੰਡੇ ਤੋਂ ਹੀ ਨਵੀਂ ਟਾਹਣੀ ਨਿਕਲਣੀ ਹੈ, ਤੇ ਕੰਡੇ ਤੇ ਹੀ ਫਰੂਟ ਆਉਣਾ। ਮੰਨ ਕੇ ਚੱਲੋ, ਇਹਨੂੰ ਮਈ ਦੇ ਵਿੱਚ ਫਲਾਵਰਿੰਗ ਸ਼ੁਰੂ ਹੁੰਦੀ ਹੈ, ਜੂਨ ਦੇ ਵਿੱਚ ਅਕਤੂਬਰ ਤੱਕ ਫਲਾਵਰਿੰਗ ਆਉਂਦੀ ਹੈ, 5 ਤੋਂ 7 ਵਾਰੀ ਫਲਾਵਰਿੰਗ ਆਉਂਦੀ ਹੈ। ਜੇ ਇਹਦੇ ਆਹ ਕੰਡੇ ਤੇ ਫੁੱਲ ਆਇਆ ਹੋਇਆ, ਮੰਨ ਕੇ ਚੱਲੋ ਹੁਣ ਇਸ ਟਾਈਮ ਜੁਲਾਈ ਦਾ ਟਾਈਮ ਚੱਲ ਰਿਹਾ, ਇਹਦੇ ਤੇ ਫੁੱਲ ਆਇਆ ਹੋਇਆ ਜਾਂ ਇਹਦੇ ਤੇ ਫਰੂਟ ਡਿਵੈਲਪ ਹੈ, ਗੜੇਮਾਰੀ ਹੋ ਗਈ, ਔਲੇ ਪੈ ਗਏ, ਝੱਖੜ ਆ ਗਿਆ, ਟਾਹਣੀ ਟੁੱਟ ਕੇ ਵੀ ਡਿੱਗ ਪਈ, ਤਾਂ ਇਹਨੂੰ 2 ਦਿਨਾਂ ਬਾਅਦ ਜਿੱਥੋਂ ਵੀ ਕੰਡਾ ਬਚਿਆ, ਉੱਥੋਂ ਇਹਨੇ ਫੁੱਲ ਕੱਢ ਲੈਣਾ। ਤੇ ਮਤਲਬ ਉੱਥੋਂ ਦੁਬਾਰਾ ਇਹਦੀ ਫਰੂਟਿੰਗ ਆ ਜਾਣੀ। ਆਪਾਂ ਕਹਿੰਦੇ ਆ ਕਿ ਪੂਰੀ ਉੱਪਰਲੀ ਕਨੋਪੀ ਡੈਮੇਜ ਹੋ ਗਈ, ਕੋਈ ਚੱਕਰ ਨਹੀਂ, ਥੱਲੇ ਤੱਕ ਕੰਡੇ ਹੈਗੇ ਆ, ਇਹਨੇ ਥੱਲੋਂ ਫਰੂਟਿੰਗ ਦੇਣੀ ਸ਼ੁਰੂ ਕਰ ਦੇਣੀ ਹੈ। ਜੀ, ਇਹ ਵੀ ਜਾਣਨਾ ਚਾਹਾਂਗੇ, ਹੁਣ ਤਾਂ ਗੱਲ ਕਰ ਲਈ ਇਸ ਪੌਦੇ ਬਾਰੇ, ਇਸ ਫਰੂਟ ਬਾਰੇ, ਕਿ ਜਾਂਦਾ ਜਾਂਦਾ ਕਿੰਨੀ ਕੁ ਬਚਤ ਹੈ ਜਿਹੜੀ ਕਿ ਦੇ ਜਾਂਦਾ ਇਹ ਫਰੂਟ?
ਜੀ ਦੇਖੋ ਹਜੇ ਜੋ ਮਾਰਕੀਟ ਟ੍ਰੈਂਡ ਹੈ ਹਜੇ ਤਕਰੀਬਨ 180 ਤੋਂ ਸਵਾ 200 ਰੁਪਏ ਕਿਲੋ ਮਾਰਕੀਟ ਦਾ ਜੋ ਆਪਣੇ ਪੰਜਾਬ ਦਾ ਰੇਟ ਚੱਲਦਾ ਪਿਆ ਤੇ ਉਹਦੇ ਤਹਿਤ ਜੇ ਗੱਲ ਕਰੀਏ ਅੱਜ ਤੋਂ ਜੇ 4 ਤੋਂ 5 ਸਾਲ ਪੁਰਾਣਾ ਬਾਗ 8.5-9 ਲੱਖ ਰੁਪਇਆ ਜੋ ਬੰਦੇ ਨੂੰ ਇਨਕਮ ਪ੍ਰੋਫਿਟ ਦੇ ਜਾਂਦਾ ਪਰ ਈਅਰ ਹਾਂਜੀ 8.5 ਤੋਂ 9 ਲੱਖ ਰੁਪਏ ਦੀ ਗੱਲ ਕੀਤੀ ਹੈ ਜਸਪ੍ਰੀਤ ਜੀ, ਕੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ 8.5 ਤੋਂ 9 ਲੱਖ ਰੁਪਏ ਪ੍ਰੋਫਿਟ ਹੁੰਦਾ ਇਸ ਦੇ ਨਾਲ? ਇਹ ਮੈਂ ਕੱਢ ਰਿਹਾ ਜੀ ਪ੍ਰੋਫਿਟ ਫਰੂਟ ਚੋਂ ਜੀ। ਹਜੇ ਮੈਂ ਪਲਾਂਟ ਦੀ ਇਨਕਮ ਨਹੀਂ ਦੱਸੀ। ਤੇ ਲੋਕ ਇਹ ਕਣਕ ਝੋਨਾ ਜਾਂ ਫਿਰ ਹੋਰ ਵੀ ਖੇਤੀ ਵੱਲ ਕਿਉਂ ਜਾਂਦੇ ਨੇ, ਕਿਉਂ ਜਾਗਰੂਕ ਨਹੀਂ ਹੈਗੇ ਕਿ ਇਦਾਂ ਦੇ ਫਰੂਟਸ ਵੀ ਲਗਾਏ ਜਾ ਸਕਦੇ? ਇਹਦੇ 'ਚ ਲੈਕ ਆਫ ਅਵੇਅਰਨੈਸ ਹੈ ਜੀ। ਲੋਕਾਂ ਨੂੰ ਇੱਕ ਤਾਂ ਪਤਾ ਘੱਟ ਹੈ, ਲੋਕੀ ਇੱਕ ਰਿਸਕ ਲੈਣ ਤੋਂ ਡਰਦੇ ਨੇ। ਦੂਜੀ ਗੱਲ ਕੁਝ ਲੋਕ ਮਤਲਬ ਆਪਾਂ ਕਹਿ ਲਓ ਆਪਣੀ ਥੋੜ੍ਹੀ ਯੂਨੀਵਰਸਿਟੀਆਂ ਥੋੜ੍ਹੀਆਂ ਲੇਟ ਨੇ। ਯੂਨੀਵਰਸਿਟੀਆਂ ਨੂੰ ਆਪਣਾ PAU ਹੈਗੀ ਆ, ਹੋਰ ਕਾਫੀ ਯੂਨੀਵਰਸਿਟੀਆਂ ਹੈਗੀਆਂ, ਉਹਨਾਂ ਨੂੰ ਇਹਦੀ ਰਿਸਰਚ ਕਾਫੀ ਪਹਿਲਾਂ ਕਰ ਲੈਣੀ ਚਾਹੀਦੀ ਸੀਗੀ। ਕੁਛ ਉਸ ਪੱਖੋਂ ਆ। ਬਾਕੀ ਇਹਦੀ ਮੇਨ ਗੱਲ ਇਹ ਹੈ ਕਿ ਥੋੜ੍ਹਾ ਜਿਹਾ ਨਾ ਲੋਕਾਂ ਨੂੰ ਆਪ ਉਤਸ਼ਾਹਿਤ ਹੋਣਾ ਪੈਣਾ। ਤੇ ਇੱਕ ਹੋਰ ਗੱਲ ਮੈਂ ਪੁੱਛਣਾ ਚਾਹਾਂਗੀ, ਸਭ ਤੋਂ ਯੂਨੀਕ ਜਿਹੜਾ ਤੁਸੀਂ ਪਿਲੋਰਾ ਦਾ ਕਿਹਾ ਹੈ, ਹਾਂਜੀ, ਉਹ ਕਿੰਨੇ ਕੁ ਦਾ ਵਿਕ ਰਿਹਾ ਹੈ? ਉਹ ਕਿੰਨੇ ਰੁਪਏ ਕਿਲੋ ਜਾ ਰਿਹਾ? ਉਹ ਮੇਰਾ ਜੀ ਇਸ ਸਾਲ ਫਸਟ ਈਅਰ ਹੈ ਤੇ ਤਕਰੀਬਨ ਉਹਦਾ ਮੰਨ ਕੇ ਚੱਲੋ ਜੋ ਮਹਾਰਾਸ਼ਟਰ 'ਚ ਸੇਲ ਹੋ ਰਿਹਾ 4000 ਤੋਂ 4500 ਰੁਪਏ ਸੇਲ ਹੋ ਰਿਹਾ 1 ਕਿਲੋ ਹਾਂਜੀ। ਉੱਥੇ ਨੇਚਰਸ ਬਾਸਕਟ ਦੇ ਵਿੱਚ ਇੰਪੋਰਟ ਹੋ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਇਹਦੀ ਅਵੇਲੇਬਿਲਟੀ ਬਿਲਕੁਲ ਨਹੀਂ ਹੈਗੀ। ਤੇ ਮੇਰਾ ਜੋ ਇਸ ਸਾਲ ਪ੍ਰੋਡਕਸ਼ਨ ਜਿਹੜੀ ਆ ਰਹੀ ਹੈ ਮੈਂ ਐਕਸਪੈਕਟ ਕਰ ਰਿਹਾ ਮੇਰਾ 800 ਤੋਂ ਲੈ ਕੇ 1200 ਰੁਪਏ ਕਿਲੋ ਜੋ ਸੇਲ ਹੋਊਗਾ। ਲੋ ਜੀ, 4000 ਤੋਂ ਲੈ ਕੇ 5000 ਰੁਪਏ ਕਿਲੋ ਫਰੂਟ ਦੀ ਖੇਤੀ ਹੈ ਜਿਹੜੀ ਕਿ ਇਸ ਬਾਗ ਦੇ ਵਿੱਚ ਹੋ ਰਹੀ ਹੈ। ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ, 4000 ਤੋਂ ਲੈ ਕੇ 5000 ਰੁਪਏ ਕਿਲੋ ਫਰੂਟ ਦੀ ਖੇਤੀ। ਇਹ ਇੱਕ ਅਜਿਹਾ ਪੰਜਾਬ ਦਾ ਨੌਜਵਾਨ ਹੈ ਜਿਹੜਾ ਕਿ ਜਿਸਨੇ ਕਾਰਡ ਕੱਢ ਦਿੱਤੀ ਹੈ, ਜਿਸਨੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਅਜਿਹੇ ਬਾਗ ਲਗਾ ਦਿੱਤੇ ਨੇ, ਅਜਿਹੇ ਬਗੀਚੇ ਲਗਾ ਦਿੱਤੇ ਨੇ ਜਿਹੜੇ ਕਿ ਚੰਗਾ ਮੁਨਾਫਾ ਇਸ ਨੌਜਵਾਨ ਨੂੰ ਦੇ ਕੇ ਜਾ ਰਹੇ ਨੇ ਤੇ ਦੂਜੇ ਨੌਜਵਾਨਾਂ ਨੂੰ ਵੀ ਇਹ ਉਤਸ਼ਾਹਿਤ ਕਰ ਰਹੇ ਨੇ। ਇਸ ਤੋਂ ਇਲਾਵਾ ਯੂਨੀਕ ਕੀ ਕਰ ਰਹੇ ਹੋ ਆਪਣੇ ਬਾਗ ਦੇ ਵਿੱਚ? ਮੈਂ ਜੀ ਅਵਾਕਾਡੋ ਲਗਾਇਆ ਹੋਇਆ। ਅਵਾਕਾਡੋ ਦੇ 6-7 ਵੈਰਾਈਟੀਆਂ ਹੈਗੀਆਂ ਨੇ ਤੇ ਬਲੈਕਬੈਰੀ ਕਰ ਰਹੇ ਹਾਂ। ਬਲੈਕਬੈਰੀ ਨੂੰ ਫਰੂਟਿੰਗ ਵੀ ਹੋ ਰਹੀ ਹੈ। ਬਲੂਬੈਰੀ ਵੀ ਲਾਇਆ ਹੋਇਆ ਜੀ ਤੇ ਪੈਸ਼ਨ ਫਰੂਟ ਹੈਗਾ ਤੇ ਹੋਰ ਬਹੁਤ ਕੁਝ ਹੈਗਾ ਜੀ। ਐਗਜ਼ੋਟਿਕ ਫਰੂਟ ਦੇ ਵਿੱਚ ਮਿਰੇਕਲ ਬੈਰੀ ਹੈ, ਬਹੁਤ ਕੁਝ ਹੈ। ਮੈਂ ਇਹ ਮਤਲਬ ਦੇਖਿਆ ਕਿ ਜਿਵੇਂ ਤੁਸੀਂ ਫਰੂਟਸ ਦੀ ਗੱਲ ਕਰ ਰਹੇ ਹੋ, ਜਿਹੜੇ ਤੁਸੀਂ ਨਾਮ ਲੈ ਰਹੇ ਹੋ, ਇਹ ਬੜੇ ਯੂਨੀਕ ਕਿਸਮ ਦੇ ਫਰੂਟਸ ਨੇ। ਲੋਕ ਅਵੇਅਰ ਵੀ ਨਹੀਂ ਹੈਗੇ ਇਸ ਨੂੰ ਲੈ ਕੇ ਤੇ ਲੋਕਾਂ ਦੀ ਦਿਲਚਸਪੀ ਵੀ ਜਿਹੜੀ ਕਿ ਇੱਦਾਂ ਦੇ ਪੌਦਿਆਂ ਦੇ ਵਿੱਚ ਜਾਂ ਇੱਦਾਂ ਦੇ ਪਲਾਂਟੇਸ਼ਨ ਦੇ ਵਿੱਚ ਘੱਟ ਹੁੰਦੀ ਹੈ। ਇਹਦਾ ਕੀ ਕਾਰਨ ਮੰਨਦੇ ਹੋ ਕਿ ਮਤਲਬ ਉਹ ਖਾਣ ਨੂੰ ਲੈ ਕੇ ਅਵੇਅਰ ਨਹੀਂ ਹੈਗੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਇੱਦਾਂ ਦੇ ਫਰੂਟਸ ਵੀ ਹੁੰਦੇ ਨੇ? ਜੋ ਮੇਨ ਗੱਲ ਹੈ ਜੀ, ਮੇਨ ਮੁੱਦਾ ਤਾਂ ਇਹ ਹੈ ਕਿ ਇਹਨਾਂ ਦੀ ਅਵੇਲੇਬਿਲਟੀ ਹੈ ਨਹੀਂ ਮਾਰਕੀਟ 'ਚ। ਤੁਸੀਂ ਕਿੱਥੋਂ ਪਰਚੇਜ਼ ਕਰਦੇ ਹੋ? ਮੈਂ ਜੀ ਪਲਾਂਟਿੰਗ ਮਟੀਰੀਅਲ ਜਦੋਂ ਸ਼ੁਰੂਆਤ 'ਚ ਮੈਨੂੰ ਬਹੁਤ ਦਿੱਕਤ ਆਈ ਸੀਗੀ। ਫਿਰ ਜਦੋਂ ਬੰਦੇ ਦਾ ਇੱਕ ਸੋਰਸ ਬਣ ਜਾਂਦਾ, ਹੌਲੀ ਹੌਲੀ ਬੰਦੇ ਨੂੰ ਤਜਰਬਾ ਆ ਜਾਂਦਾ। ਜਿੱਦਾਂ ਮੈਂ ਪਹਿਲੀ ਵਾਰੀ ਸਭ ਤੋਂ ਪਹਿਲਾਂ ਡਰੈਗਨ ਦੇ ਪਲਾਂਟ ਇੰਪੋਰਟ ਕੀਤੇ ਸੀਗੇ, ਮੈਨੂੰ ਬਹੁਤ ਦਿੱਕਤਾਂ ਆਈਆਂ ਕਿਉਂਕਿ ਫਾਈਟੋਸੈਨੇਟਰੀ ਸਰਟੀਫਿਕੇਟ ਲੈਣਾ ਪੈਂਦਾ, ਸਰਕਾਰ ਤੋਂ ਕਲੀਅਰੈਂਸ ਲੈਣੀ ਪੈਂਦੀ ਹੈ, ਕਸਟਮ ਤੋਂ ਕਲੀਅਰ ਕਰਾਉਣੇ ਪੈਂਦੇ ਨੇ। ਮੈਨੂੰ ਪਹਿਲਾਂ ਉਹ ਦਿੱਕਤਾਂ ਆਈਆਂ ਸੀਗੀਆਂ। ਜਦੋਂ ਮੇਰੀ ਦਿੱਕਤ ਇੱਕ ਵਾਰੀ ਹੋ ਗਈ ਹੱਲ, ਮੈਨੂੰ ਪਤਾ ਲੱਗਿਆ, ਰਾਹ ਲੱਭ ਗਿਆ। ਜਦੋਂ ਬੰਦੇ ਨੂੰ ਰਾਹ ਲੱਭ ਜਾਂਦਾ ਫਿਰ ਕੋਈ ਔਖਾ ਨਹੀਂ ਕੰਮ। ਜਿਵੇਂ ਕਿ ਕਹਿੰਦੇ ਨੇ ਕਿ ਹੁਣ ਜਿਵੇਂ ਹਨੇਰੀ ਮੀਂਹ ਝੱਖੜ ਬਿੱਤੇ ਦੀ ਨਹੀਂ ਆਇਆ ਤੇ ਕਿਸਾਨਾਂ ਨੂੰ ਚੰਗੀ ਮਾਰ ਹੈ ਜਿਹੜੀ ਕਿ ਕੁਦਰਤ ਦੀ ਪਈ ਹੈ, ਤੇ ਇਹਨਾਂ ਫਰੂਟਾਂ ਤੇ ਇਹਨਾਂ ਬਗੀਚਿਆਂ ਤੇ ਵੀ ਅਜਿਹੀ ਮਾਰ ਪੈਂਦੀ ਹੈ ਤੇ ਨੁਕਸਾਨ ਹੁੰਦਾ? ਨਹੀਂ, ਮੇਰੇ ਡਰੈਗਨ ਫਰੂਟ ਤੇ ਤਾਂ ਕੋਈ ਮਾਰ ਨਹੀਂ ਜੀ ਕਿਉਂਕਿ ਹੁਣ ਤੁਹਾਡਾ ਪਿੱਛੇ ਕਿੰਨੂ ਦਾ ਬਾਗ ਹੈਗਾ, ਉਹ ਵੀ ਠੀਕ ਖੜਾ, ਉਹਨਾਂ ਤੇ ਵੀ ਫਰੂਟ ਸੈੱਟ ਹੋਇਆ ਬਹੁਤ ਵਧੀਆ ਜੀ। ਤੇ ਨੁਕਸਾਨ ਦੀ ਜੇਕਰ ਗੱਲ ਕੀਤੀ ਜਾਵੇ ਕਿ ਤੁਸੀਂ ਜਿਵੇਂ ਦੱਸਿਆ 2016 ਤੋਂ ਇਸ ਦੀ ਖੇਤੀ ਕਰ ਰਹੇ ਹੋ, ਕੀ ਕਿਤੇ ਆ ਕੇ ਨੁਕਸਾਨ ਵੀ ਝੱਲਣਾ ਪਿਆ? ਨਹੀਂ ਜੀ, ਮੈਨੂੰ ਹਜੇ ਤੱਕ ਇਹਦੇ 'ਚ ਕੋਈ ਨੁਕਸਾਨ ਨਹੀਂ ਹੋਇਆ। ਤੇ ਇੱਕ ਲਾਸਟ ਗੱਲ ਜਿਹੜੀ ਕਿ ਜਸਪ੍ਰੀਤ ਜੀ ਮੈਂ ਤੁਹਾਡੇ ਕਿੱਤੇ ਨੂੰ ਲੈ ਕੇ ਇਹ ਪੁੱਛਣਾ ਚਾਹਾਂਗੀ, ਸਭ ਤੋਂ ਮਹਿੰਗਾ ਪਲਾਂਟੇਸ਼ਨ ਤੁਹਾਡੇ ਬਗੀਚੇ ਦੇ ਵਿੱਚ ਕਿਹੜਾ ਕੀਤਾ ਗਿਆ? ਅਲੱਗ-ਅਲੱਗ ਹੈ ਜੀ। ਜਿਹੜੀ ਡਰੈਗਨ ਫਰੂਟ ਦੇ ਵਿੱਚ ਪਲੋਰਾ ਵੈਰਾਈਟੀ ਸਭ ਤੋਂ ਮਹਿੰਗੀ ਆਈ ਸੀ ਮੇਰੇ ਕੋਲੇ, ਤਕਰੀਬਨ 35000 ਤੋਂ 40000 ਰੁਪਏ ਦਾ ਇੱਕ ਪੌਦਾ ਮਿਲਿਆ ਸੀਗਾ। ਉਸ ਤੋਂ ਬਾਅਦ ਮੈਨੂੰ ਬਲੂਬੈਰੀ ਦੇ ਕਾਫੀ 4-5000 ਰੁਪਏ ਦਾ ਇੱਕ ਪੌਦਾ ਮਿਲਿਆ। ਫਿਰ ਅਵਾਕਾਡੋ ਆ ਗਿਆ, 2-2000 ਰੁਪਏ ਦਾ ਪੌਦਾ ਮਿਲਿਆ। ਮਤਲਬ ਸਟਾਰਟਿੰਗ ਇਨੀਸ਼ੀਅਲ ਇਨਵੈਸਟਮੈਂਟ ਤਾਂ ਕਾਫੀ ਰਹਿੰਦੀ ਹੈ ਜੀ ਜਦੋਂ ਇੰਪੋਰਟਡ ਬੂਟੇ ਲੈ ਕੇ ਆਉਣੇ। ਜਿਹੜੇ ਤੁਹਾਡੇ ਕੋਈ ਇੰਪੋਰਟੈਂਟ ਬੂਟੇ ਇੱਥੇ ਹੈਗੇ ਆ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ, ਕਿ ਇਹ PAU ਦੇ ਵਿੱਚ ਜਾਂ ਹੋਰ ਕਿਤੇ ਨਾਰਥ ਦੇ ਵਿੱਚ ਅਵੇਲੇਬਲ ਹੋ ਜਾਂਦੇ ਨੇ ਈਜ਼ੀਲੀ? ਨਹੀਂ ਜੀ, ਮੁਸ਼ਕਿਲ ਹੈ। ਤੇ ਫਿਰ ਤੁਸੀਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਇਸ ਪ੍ਰਤੀ ਉਤਸ਼ਾਹਿਤ ਕਰ ਰਹੇ ਹੋ, ਜਾਗਰੂਕ ਕਰ ਰਹੇ ਹੋ, ਕਿਵੇਂ ਕਰ ਰਹੇ ਹੋ? ਮੇਰਾ ਖੁਦ ਦਾ YouTube ਚੈਨਲ ਵੀ ਹੈ। ਬਾਕੀ ਮੇਰੇ ਫਾਰਮ ਤੇ ਆਲ ਓਵਰ ਇੰਡੀਆ ਤੋਂ ਅਲੱਗ-ਅਲੱਗ ਸਟੇਟਾਂ ਤੋਂ, ਈਵਨ ਕਿ ਨੇਪਾਲ ਤੋਂ, ਦੁਬਈ ਤੋਂ ਵੀ ਲੋਕ ਵਿਜ਼ਿਟ ਕਰਨ ਆਉਂਦੇ ਨੇ। ਕਰਨਾਟਕਾ ਤੋਂ ਬਹੁਤ ਲੋਕ ਆਉਂਦੇ ਨੇ, ਬਾਗ 'ਚ ਵਿਜ਼ਿਟ ਕਰਨ ਆਉਂਦੇ ਨੇ ਤੇ ਉਹ ਦੇਖ ਕੇ ਜਾਂਦੇ ਆ, ਸਿੱਖ ਕੇ ਜਾਂਦੇ ਆ, ਨਾਲ ਪਲਾਂਟਸ ਵੀ ਲੈ ਕੇ ਜਾਂਦੇ ਆ ਜਿਵੇਂ ਡਰੈਗਨ ਦੇ ਤੇ ਯੈਲੋ ਵੈਰਾਈਟੀਆਂ ਮੈਂ ਸੇਲ ਕਰ ਰਿਹਾ ਜੋ ਆਪਣੇ ਮਤਲਬ ਨਾਰਥ ਇੰਡੀਆ 'ਚ ਤਾਂ ਕਿਸੇ ਕੋਲ ਨਹੀਂ ਹੈਗੀ ਪੂਰੇ ਇੰਡੀਆ 'ਚ। ਲਾਸਟ ਈਅਰ ਮੇਰੀ ਯੈਲੋ ਦੀ ਬਹੁਤ ਸੋਹਣੀ ਪ੍ਰੋਡਕਸ਼ਨ ਹੈਗੀ, ਜਿਹੜੀ ਇਜ਼ਰਾਈਲੀ ਯੈਲੋ ਵੈਰਾਈਟੀ ਹੈ ਉਹ ਮੈਂ ਖੁਦ 700 ਰੁਪਏ ਸੇਲ ਕੀਤਾ ਮਾਰਕੀਟ ਦੇ ਵਿੱਚ। ਇੱਕ ਵਾਰੀ ਫਿਰ ਮੈਂ
ਆਪਣੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਦਿਖਾ ਦੇਣਾ ਚਾਹਾਂਗੀ। ਬਾਗ ਦੇਖ ਸਕਦੇ ਹੋ ਤੁਸੀਂ, ਇੱਕ ਵਾਈਡ ਕੈਮਰੇ ਦੇ ਰਾਹੀਂ ਮੈਂ ਤੁਹਾਨੂੰ ਸ਼ਾਰਟਸ ਦਿਖਾ ਰਹੀ ਹਾਂ ਜਿੱਥੇ ਡਰੈਗਨ ਫਰੂਟ ਦੀ ਖੇਤੀ ਨੌਜਵਾਨ ਨੇ ਕੀਤੀ ਹੋਈ ਹੈ। ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਣਕ ਝੋਨੇ ਤੇ ਕੁਦਰਤੀ ਮਾਰ ਪੈਂਦੀ ਹੈ ਕਿਸਾਨਾਂ ਨੂੰ ਕਾਫੀ ਜਿਹੜਾ ਕਿ ਨੁਕਸਾਨ ਝੱਲਣਾ ਪੈਂਦਾ, ਪਰ ਅਜਿਹਾ ਬਗੀਚਾ ਡਰੈਗਨ ਫਰੂਟ ਦਾ ਇਹਨਾਂ ਨੇ ਜਿਹੜਾ ਲਗਾਇਆ, ਇੱਥੇ ਕੁਦਰਤ ਦੀ ਮਾਰ ਨਹੀਂ ਪੈਂਦੀ। ਇੱਕ ਹਾਰਡ ਕੋਰ ਪੌਦਾ ਜਿਹੜਾ ਕਿ ਲੱਗਿਆ ਹੋਇਆ, ਹਰੇਕ ਤਰ੍ਹਾਂ ਦੀ ਮਾਰ ਚੱਲਣ ਤੋਂ ਬਾਅਦ ਵੀ ਇਹ ਜਿਵੇਂ ਦਾ ਤਿਵੇਂ ਖੜਾ ਹੈ। ਇਸ ਤੋਂ ਇਲਾਵਾ ਇੱਕ ਯੂਨੀਕ ਚੀਜ਼ ਹੈ ਜਿਹੜੀ ਕਿ ਤੁਹਾਨੂੰ ਮੈਂ ਜਸਪ੍ਰੀਤ ਦੀ ਦੱਸਣਾ ਚਾਹਾਂਗੀ, ਉਹ ਇਹ ਹੈ ਕਿ ਨਾਰਥ ਇੰਡੀਆ ਦੇ ਵਿੱਚ ਇਸ ਦੀ ਪਲਾਂਟੇਸ਼ਨ ਆਈ ਥਿੰਕ ਕਿਤੇ ਵੀ ਨਹੀਂ ਕੀਤੀ ਗਈ, ਜਿਹੜੀ ਪਲਾਂਟੇਸ਼ਨ ਜਸਪ੍ਰੀਤ ਦੇ ਆਪਣੇ ਬਗੀਚੇ ਦੇ ਵਿੱਚ ਕੀਤੀ ਹੈ, ਦੈਟ ਇਜ਼ ਵੈਰੀ ਯੂਨੀਕ, ਜੋ ਕਿ ਇਹਨਾਂ ਨੇ ਕੌਫੀ ਦਾ ਪੌਦਾ ਲਗਾਇਆ। ਉਸ ਪੌਦੇ ਦੇ ਕੋਲ ਵੀ ਲੈ ਕੇ ਜਾਣੀ ਆ ਤੇ ਗੱਲਬਾਤ ਕਰਦੇ ਆ ਜੀ, ਕਿਸ ਤਰ੍ਹਾਂ ਦੀ ਕੌਫੀ ਹੈ ਜਿਹੜੀ ਕਿ ਲਗਾਈ ਹੈ। ਇਹ ਰੋਬਸਤਾ ਵੈਰਾਈਟੀ ਹੈ ਜੀ, ਇੱਕ ਅਰੇਬਿਕਾ ਆਉਂਦੀ ਹੈ, ਇਹ ਰੋਬਸਤਾ ਵੈਰਾਈਟੀ ਆਪਣੇ ਪੰਜਾਬ ਦੇ ਵਿੱਚ ਰੋਬਸਤਾ ਵੈਰਾਈਟੀ ਲੱਗਦੀ ਹੈ ਜੀ। ਤੇ ਇਹ ਮੈਂ ਤਕਰੀਬਨ 4.5 ਸਾਲ ਪਹਿਲਾਂ ਕੇਰਲਾ ਤੋਂ ਪਲਾਂਟ ਮੰਗਾਇਆ ਸੀਗਾ ਥਰੂ ਕੋਰੀਅਰ ਜੀ। ਤੇ ਪਹਿਲਾਂ ਇਨੀਸ਼ੀਅਲ ਸਾਲ 1.5 ਸਾਲ ਇਹਨੂੰ ਮੈਂ ਘਰੇ ਰੱਖਿਆ, ਇਹਨੂੰ ਮੈਂ ਸਰਦੀ ਦੀ ਮਾਰ ਤੋਂ ਬਚਾਇਆ, ਗਰਮੀ ਦੀ ਮਾਰ ਤੋਂ ਬਚਾਇਆ 1.5 ਸਾਲ। ਉਸ ਤੋਂ ਬਾਅਦ ਫਿਰ ਮੈਂ ਇਹਨੂੰ ਇੱਥੇ ਪਲਾਂਟ ਕਰਤਾ ਸੀਗਾ। ਤਕਰੀਬਨ 2 ਸਾਲ ਤੋਂ ਇਹਦੇ ਤੇ ਕਾਫੀ ਬੈਰੀਜ਼ ਆ ਰਹੀਆਂ ਨੇ ਤੇ ਹੁਣ ਵੀ ਇਹਦਾ ਫਲਾਵਰਿੰਗ ਸੀਜ਼ਨ ਖਤਮ ਹੋ ਚੁੱਕਿਆ, ਇਹ ਲਾਸਟ ਵਾਲਾ ਫਲਾਵਰ ਬਚਿਆ ਤੇ ਆਹ ਕਾਫੀ ਬੈਰੀਜ਼ ਬਣ ਚੁੱਕੀਆਂ ਨੇ, ਇਹ ਹੁਣ ਡਿਵੈਲਪ ਹੋਣਗੀਆਂ। ਇਹ ਕਿੰਨੇ ਤੋਂ ਕਿੰਨੇ ਕਿਲੋ ਵਿਕਰੀ ਹੈ ਮਾਰਕੀਟ 'ਚ? ਇਹ ਵਿਕਰੀ ਨਹੀਂ ਜੀ, ਇਹ ਟਰਾਇਲ ਹੈ ਮੇਰਾ, ਇਹ ਮੈਂ ਟਰਾਇਲ ਦੇ ਤੌਰ ਤੇ ਇੱਕ ਬੂਟਾ ਹੀ ਲਾਇਆ ਹੋਇਆ। ਇਹ ਸਿਰਫ ਇਸੇ ਕਰਕੇ ਹੈ ਕਿ ਜੇ ਇਹ ਕਾਮਯਾਬ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਇਹਦਾ ਕਮਰਸ਼ੀਅਲ ਪਰਸਪੈਕਟਿਵ ਦੇਖਣ ਲਈ ਕਿ ਆਪਾਂ ਪੰਜਾਬ ਦੇ ਵਿੱਚ ਕਾਫੀ ਲਗਾ ਸਕਦੇ ਹਾਂ ਕਿ ਨਹੀਂ ਲਗਾ ਸਕਦੇ, ਇਹ ਸਿਰਫ ਉਹ ਦੇਖਣ ਲਈ। ਕਈ ਇਦਾਂ ਦੇ ਮਤਲਬ ਪੌਦੇ ਵੀ ਹੁੰਦੇ ਨੇ ਜਿਹੜੇ ਕਿ ਠੰਡੇ ਜਗ੍ਹਾ ਤੇ ਰਹਿੰਦੇ ਨੇ, ਗਰਮੀਆਂ ਦੇ ਵਿੱਚ ਉਹ ਨਹੀਂ ਰਹਿੰਦੇ, ਫਿਰ ਜਦੋਂ ਪੰਜਾਬ ਦੇ ਵਿੱਚ ਇੰਨੀ ਗਰਮੀ ਪੈਂਦੀ ਹੈ ਉਸ ਦਰਮਿਆਨ ਤੁਸੀਂ ਉਸ ਨੂੰ ਸੇਵ ਕਿਵੇਂ ਕਰਦੇ ਹੋ? ਦੇਖੋ ਜੀ, ਜਿਵੇਂ ਹੁਣ ਕਾਫੀ ਦਾ ਬੂਟਾ ਹੈ, ਇਹ ਸਬ ਟ੍ਰੋਪੀਕਲ ਆਪਣਾ ਪੂਰਾ ਪਿਓਰ ਟ੍ਰੋਪੀਕਲ ਕਲਾਈਮੇਟ ਪਲਾਂਟ ਹੈ। ਹੁਣ ਇਹਨੂੰ ਅਸੀਂ ਸਿਲਵਰ ਓਕ ਦੇ ਪਲਾਂਟ ਦੇ ਥੱਲੇ ਲਾਇਆ ਹੋਇਆ, ਜਿਵੇਂ ਇਹਨੂੰ ਇੱਥੋਂ ਸਿਰਫ ਮਾਰਨਿੰਗ ਸਨ ਮਿਲਣਾ ਤੇ ਜਿਵੇਂ ਦੁਪਹਿਰ ਦੀ ਗਰਮ ਧੁੱਪ ਇਹਦੇ ਤੇ ਜਿਹੜੀ ਗਰਮੀ ਦੀ ਪੂਰੀ ਧੁੱਪ ਨਹੀਂ ਪੈਣੀ, ਕਿਉਂਕਿ ਇਹ ਪੇੜ ਨੇ ਇਹਦੇ ਤੇ ਆਹ ਦਰਖਤ ਨੇ ਤੇ ਛਾਂ ਕਰ ਦੇਣੀ ਹੈ ਜੀ। ਇਹਨਾਂ ਚੀਜ਼ਾਂ ਦੀ ਬੜੀ ਬਾਰੀਕੀ ਦੇ ਨਾਲ ਨੌਲੇਜ ਜਿਹੜੀ ਕਿ ਲੈਣੀ ਪੈਂਦੀ ਹੈ ਤੇ ਤੁਸੀਂ ਇਹ YouTube ਦੇ ਰਾਹੀਂ ਲਈ ਹੈ? ਇਹ ਕੁਝ YouTube ਤੋਂ ਖੁਦ ਜਿਹੜੀ ਟਰਾਇਲ ਐਂਡ ਐਰਰ ਕਹਿ ਲਓ, ਕੁਝ ਬੂਟੇ ਲਾਉਂਦੇ ਸੀ ਮਰਦੇ ਸੀਗੇ, ਫਿਰ ਉਹਨੂੰ ਦੁਬਾਰਾ ਲਾਉਂਦੇ ਸੀਗੇ, ਫਿਰ ਖੁਦ ਕਰਕੇ ਜੋ ਪਤਾ ਲੱਗਿਆ, ਜੋ ਤਜਰਬਾ ਆਇਆ ਤੇ ਉਹਦੇ ਤੋਂ ਜ਼ਿਆਦਾ ਮੇਨ ਸਿੱਖਿਆ ਜੀ ਮੈਂ। ਅੱਜ ਕੱਲ੍ਹ ਨਾ ਇਸ ਤਰ੍ਹਾਂ ਹੁੰਦਾ ਹੈ ਕਿ ਮਤਲਬ ਜੇ ਇਹਦੇ ਕੋਲ ਇੰਨੀ ਜ਼ਮੀਨ ਹੈ, ਅਗਲਾ ਕਹਿੰਦਾ ਕਿੱਲਾ ਵੇਚਾਂ, ਬਾਹਰ ਚਲ ਜਾਵਾਂ, ਬਾਹਰ ਜਾ ਕੇ ਕੰਮ ਕਰਾਂ, ਔਰ ਜਾਂ ਫਿਰ ਮੈਂ ਕੋਈ ਇੱਦਾਂ ਦੇ ਉਹਦੇ ਤੇ ਮਤਲਬ ਇਨਕਮ ਬਣਾ ਲਾਂ ਜਿਹੜੀ ਕਿ ਮੈਨੂੰ ਪ੍ਰੋਪਰ ਆਈ ਜਾਵੇ, ਜਾਂ ਕੋਈ ਰੈਂਟ ਸੋਰਸ ਬਣਾ ਲਾਂ। ਬਟ ਤੁਸੀਂ ਜਿਹੜਾ ਕਿ ਹੱਥੀਂ ਕਿਰਤ ਕਰਕੇ ਇੱਕ ਚੰਗਾ ਕੰਮ ਦੇ ਰਹੇ ਹੋ ਤੇ ਕੰਮ ਕਰ ਰਹੇ ਹੋ ਤੇ ਨੌਜਵਾਨਾਂ ਨੂੰ ਇੱਕ ਸੁਨੇਹਾ ਵੀ ਦੇ ਰਹੇ ਹੋ, ਇਹ ਕਿੱਦਾਂ ਮਾਈਂਡ ਦੇ ਵਿੱਚ ਆਇਆ? ਤੁਹਾਡਾ ਨਹੀਂ ਮਨ ਕੀਤਾ ਵਿਦੇਸ਼ ਜਾਣ ਦਾ, ਵਿਦੇਸ਼ ਜਾ ਕੇ ਸੈਟਲ ਹੋ ਜਾ? ਨਹੀਂ ਜੀ, ਸ਼ੁਰੂ ਤੋਂ ਕਦੇ ਦਿਲ ਨਹੀਂ ਸੀਗਾ, ਸ਼ੁਰੂ ਤੋਂ ਇੱਕ ਪੈਸ਼ਨ ਸੀਗਾ ਗਾਰਡਨਿੰਗ ਦਾ, ਜੇ ਜ਼ਮੀਨ ਪਈ ਸੀ ਆਪ ਸ਼ੁਰੂ ਕੀਤਾ। ਮੈਂ ਤਾਂ ਕਹਿੰਦਾ ਮੈਨੂੰ ਐਫਰਟ ਮੈਂ ਕੀਤੇ, ਮੈਨੂੰ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਮੈਂ ਤਾਂ ਬਾਕੀਆਂ ਨੂੰ ਵੀ ਇਹੀ ਸੁਨੇਹਾ ਦਿੰਦਾ, ਜੇ ਤੁਹਾਡੇ ਕੋਲ ਕੁਝ ਜ਼ਮੀਨ ਪਈ ਹੈ, ਕੁਝ ਸ਼ੁਰੂ ਕਰੋ ਤਾਂ ਕਿ ਤੁਸੀਂ ਆਪ ਆਪਣਾ ਇੱਕ ਵਧੀਆ ਬੇਸ ਸੈਟਅਪ ਕਰ ਲਓ, ਇੱਕ ਆਪਣਾ ਕੰਮ ਸੈਟਅਪ ਕਰ ਲਓ। ਪਰਿਵਾਰਕ ਮੈਂਬਰ ਤੁਹਾਨੂੰ ਕਿੱਦਾਂ ਮਤਲਬ ਕਰਦੇ? ਮਤਲਬ ਆਪਣਾ ਸਪੋਰਟ ਤਾਂ ਸ਼ੁਰੂ ਤੋਂ ਰਹੀ ਹੈ, ਇਹ ਨਹੀਂ ਹੈਗਾ ਕਿ ਕਦੇ ਸਪੋਰਟ ਨਾ ਕੀਤੀ ਹੋਵੇ, ਬਟ ਜਿਵੇਂ ਅੰਦਰੋਂ ਅੰਦਰ ਕਈ ਵਾਰੀ ਕਿਸੇ ਨੂੰ ਭਰੋਸਾ ਨਹੀਂ ਵੀ ਹੁੰਦਾ, ਪਰ ਹੁਣ ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਵਧੀਆ ਭਰੋਸਾ ਹੈਗਾ। ਹੁਣ ਸਾਰੇ ਬਾਗ ਵਿਜ਼ਿਟ ਕਰਨ ਆਉਂਦੇ ਆ, ਈਵਨ ਕਿ ਜਿੰਨੇ ਵੀ ਰਿਲੇਟਿਵਸ ਆ ਸਾਰੇ ਵਧੀਆ ਆ ਕੇ ਗਏ ਆ, ਦੇਖ ਕੇ ਜਾਂਦੇ ਆ ਤੇ ਰਿਲੇਟਿਵਸ ਤੋਂ ਛੱਡ ਕੇ ਵੀ ਪਿੰਡ ਵਾਲੇ ਵੀ ਬਹੁਤ ਲੋਕ ਆਉਂਦੇ ਆ। 2016 ਤੋਂ ਸ਼ੁਰੂ ਕੀਤੇ ਗਏ ਇਸ ਕੰਮ ਨੇ ਤੁਹਾਨੂੰ ਕਿਸ ਮੁਕਾਮ ਤੇ ਆ ਕੇ, ਕਿਸ ਸੰਨ ਦੇ ਵਿੱਚ ਆ ਕੇ ਖੁਸ਼ੀ ਦਿੱਤੀ ਸੀ? ਮੈਨੂੰ ਜੀ ਜੋ ਤਕਰੀਬਨ 2021 ਦੇ ਵਿੱਚ ਆ ਕੇ ਜਦੋਂ ਮੇਰੇ ਕੋਲ ਇੰਨੀਆਂ ਵੈਰਾਈਟੀਆਂ, ਮੈਂ ਆਪਣਾ YouTube ਚੈਨਲ ਬਣਾਇਆ ਤੇ ਮੇਰੀ ਆਲ ਓਵਰ ਇੰਡੀਆ ਤੋਂ ਮੈਨੂੰ ਅਲੱਗ-ਅਲੱਗ ਕਿਸਾਨਾਂ ਦੇ ਫੋਨ ਆਉਣ ਲੱਗੇ, ਤਾਂ ਮੈਨੂੰ ਪਹਿਲੀ ਵਾਰੀ ਕਰਨਾਟਕਾ ਤੋਂ ਇੱਕ ਫਾਰਮਰ ਮੇਰੇ ਫਾਰਮ 'ਚ ਵਿਜ਼ਿਟ ਕਰਨ ਆਏ, ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਕੁਛ ਤਾਂ ਕੀਤਾ ਹੋਊਗਾ ਜੋ ਇੱਕ ਇੰਨੀ ਦੂਰੋਂ ਇੱਕ ਬੰਦਾ ਸਪੈਸ਼ਲ ਸਿਰਫ ਮੇਰਾ ਬਾਗ ਦੇਖਣ ਆਇਆ ਜੀ। ਅੱਗੇ ਵੀ ਕੁਝ ਪਲਾਨਸ ਆਪਣੇ ਬਾਗ ਨੂੰ ਲੈ ਕੇ ਚੱਲ ਰਹੇ ਨੇ ਜਾਂ ਫਿਰ ਹੁਣ ਇੱਥੇ ਸਟਾਪ ਕੀਤਾ ਕਿ ਇਹਨਾਂ ਨੂੰ ਹੀ ਅੱਗੇ ਵਧਾਉਣਾ? ਨਹੀਂ ਜੀ, ਮੇਰੀ ਐਕਸਪੈਂਸ਼ਨ ਚੱਲੀ ਜਾਂਦੀ ਹੈ। ਮੈਂ ਡਰੈਗਨ ਦੇ ਵਿੱਚ ਤਾਂ ਜਿੰਨੀਆਂ ਵੈਰਾਈਟੀਆਂ, ਮੈਂ ਖੁਦ ਨਵੀਂ ਵੈਰਾਈਟੀ ਵੀ ਖੁਦ ਡਿਵੈਲਪ ਕਰ ਰਿਹਾ, ਕਿਉਂਕਿ ਹਜੇ ਤੱਕ ਇੰਡੀਆ ਦੇ ਵਿੱਚ ਸਾਰੇ ਹਰ ਵੈਰਾਈਟੀ ਨੂੰ ਆਪਣਾ ਨਾਮ ਦੇ ਕੇ ਵਧਾਈ ਜਾਂਦੇ, ਕੋਈ ਆਪਣੀ ਵੈਰਾਈਟੀ ਨਹੀਂ ਡਿਵੈਲਪ ਕਰ ਰਿਹਾ। ਔਰ ਇਹ ਤੁਸੀਂ ਮੇਰੇ ਪਿੱਛੋਂ ਜੁਗਾੜ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੀ ਮਾਈਂਡ ਦੇ ਵਿੱਚ ਆਇਆ ਤੇ ਇਹ ਜੁਗਾੜ ਰਾਹੀਂ ਕੀ ਬੈਨੀਫਿਟ ਹੋਏਗਾ, ਜਾਣਦੇ ਆ ਜਸਪ੍ਰੀਤ।
ਇਹ ਜੀ ਵਾਇਰ ਵਾਲਾ ਸਿਸਟਮ ਹੈ ਡਰੈਗਨ ਦੇ ਵਿੱਚ। ਜਿਹੜੇ ਟ੍ਰੈਡੀਸ਼ਨਲ ਮੈਥਡ ਹੁੰਦਾ ਹੈ ਖੰਭੇ ਤੇ ਟਾਇਰ ਵਾਲਾ, ਉਹਦੇ 'ਚ 2000 ਬੂਟਾ ਲੱਗਦਾ ਪਰ ਏਕੜ ਦੇ ਵਿੱਚ ਜੀ, ਤੇ ਇਹਦੇ ਵਿੱਚ ਤਕਰੀਬਨ 8 ਤੋਂ 10000 ਬੂਟਾ ਲੱਗ ਜਾਂਦਾ। ਪਰ ਏਕੜ ਦੀ ਗੱਲ ਕੀਤੀ ਜਾਵੇ, ਜੇਕਰ ਤੁਸੀਂ ਪਹਿਲਾਂ ਮੈਂ ਤਸਵੀਰਾਂ ਦਿਖਾ ਸਕਦੀ ਹਾਂ ਤੁਹਾਨੂੰ, ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੰਕਰੀਟ ਦੀ ਜਿਹੜੀ ਕਿ ਪੋਲ ਖੜਾ ਕੀਤਾ ਜਾਂਦਾ ਹੈ, ਪੋਲ ਦੇ ਉੱਪਰ ਟਾਇਰ ਲਗਾਏ ਜਾਂਦੇ ਨੇ ਤੇ ਉਸ ਦੇ ਵਿੱਚ ਪਰ ਏਕੜ ਦੇ ਵਿੱਚ 2000 ਪੌਦਾ ਲਗਾਇਆ ਜਾਂਦਾ ਹੈ। ਪਰ ਇਹ ਜਿਹੜਾ ਸਿਸਟਮ ਇਹਨਾਂ ਨੇ ਇੰਟਰੋਡਿਊਸ ਕਰੋ, ਇਹ ਤੁਹਾਡੇ ਆਪਣੇ ਮਾਈਂਡ ਦੇ ਵਿੱਚ ਆਇਆ ਸੀ ਜਿਸ ਦੇ ਵਿੱਚ 8 ਤੇ 10000 ਪੌਦਾ ਲਗਾਇਆ? ਹਾਂਜੀ, ਇਹ ਸਾਡੇ ਆਪਣੇ ਮਾਈਂਡ 'ਚ ਆਇਆ ਸੀਗਾ। ਕੁਝ ਗੁਜਰਾਤ ਦੇ ਵਿੱਚ ਇੱਕ ਬੰਦਾ ਪਾਈਪ ਲਗਾ ਕੇ ਉੱਪਰ ਕਰ ਰਿਹਾ ਸੀਗਾ ਤੇ ਅਸੀਂ ਇਹ ਜਿਹੜੀਆਂ ਵਾਇਰਸ ਹੁੰਦੀਆਂ ਨੇ ਨਾ, ਇਹ ਟਮਾਟਰ ਦੀ ਖੇਤੀ ਵਾਲੇ ਵਰਤਦੇ ਆ ਜੀ, ਤੇ ਉਹਨਾਂ ਤੋਂ ਪਤਾ ਲੈ ਕੇ ਫਿਰ ਇਹ ਵਾਇਰ ਅਸੀਂ ਇੱਥੇ ਇੰਟਰੋਡਿਊਸ ਕੀਤੀਆਂ ਸੀਗੀਆਂ। ਜਿਹੜਾ ਮੇਰਾ ਪੁਰਾਣਾ ਬਾਗ ਹੈ ਉੱਥੇ ਤੇ ਪਿਛਲੇ ਸਾਲ ਆਲਰੇਡੀ ਲੱਗਿਆ ਹੋਇਆ, ਉੱਥੇ ਤਾਂ ਬਾਗ ਪੂਰਾ ਲਟਕ ਚੁੱਕਿਆ ਉੱਤੇ ਤਾਰਾਂ ਦੇ ਉੱਤੇ। ਇਹ ਅਸੀਂ ਨਵੀਂ ਜਿਹੜੀ ਪੀਲੀ ਵੈਰਾਈਟੀ ਹੈ, ਯੈਲੋ ਵੈਰਾਈਟੀ ਹੈ, ਇਹ ਕਿੰਨੂ ਦੇ ਵਿੱਚ ਅਸੀਂ ਇੰਟਰਕ੍ਰੌਪ ਕੀਤਾ ਤੇ ਇਹ ਇਸ ਕਰਕੇ ਕੀਤਾ ਕਿ ਇਹ ਕਿੰਨੂ ਨੇ ਜਦ ਤੱਕ ਫੈਲਣਾ ਨਹੀਂ, 7 ਤੋਂ 8 ਸਾਲ ਲੈਣਾ ਫੈਲਣ ਲਈ, 7-8 ਸਾਲ ਇਹਦੇ ਵਿੱਚ ਅਸੀਂ ਡਰੈਗਨ ਦੀ ਫਸਲ ਵੀ ਲੈ ਸਕਦੇ ਹਾਂ। ਇਹ ਤੁਸੀਂ ਹੁਣ ਜਿਹੜੇ ਪੌਦੇ ਲਗਾਏ ਨੇ, ਇਹ ਤੁਸੀਂ ਦੇਖ ਸਕਦੇ ਹੋ ਕਿ 8 ਤੋਂ 10000 ਪੌਦਾ ਪਰ ਏਕੜ ਦੇ ਵਿੱਚ ਲਗਾਇਆ ਜਾ ਸਕਦਾ ਹੈ। ਇਹ ਜਸਪ੍ਰੀਤ ਜੀ ਦਾ ਕਹਿਣਾ ਹੈ, ਜਿਹੜੇ ਕਿ 2016 ਤੋਂ ਡਰੈਗਨ ਦੀ ਖੇਤੀ ਜਿਹੜੀ ਕਿ ਕਰ ਰਹੇ ਨੇ। ਇਹਦੇ ਵਿੱਚ ਜੀ ਮੇਨ ਇਹ ਮੁੱਦਾ ਹੈ ਕਿ ਜਿਹੜਾ ਆਪਣੇ ਇਨੀਸ਼ੀਅਲ ਈਅਰ ਦੇ ਵਿੱਚ ਜਿਹੜਾ 2000 ਪੌਦਾ ਲੱਗਿਆ, ਪਹਿਲੇ ਸਾਲ ਦੇ ਵਿੱਚ 2000 ਦੇ ਵਿੱਚੋਂ 1000 ਕੁ ਪੌਦੇ ਨੂੰ ਫਰੂਟ ਆਉਂਦਾ, ਇੱਕ ਫਰੂਟ ਆਪਾਂ ਮੰਨ ਕੇ ਚੱਲੀਏ। ਤੇ ਇਹਦੇ ਵਿੱਚ ਜੇ 10000 ਪੌਦਾ, 10000 ਪੌਦੇ ਦੇ ਵਿੱਚੋਂ ਆਪਾਂ ਕਹੀਏ ਜੇ 5000 ਪੌਦੇ ਨੂੰ ਵੀ ਫਰੂਟ ਆਇਆ, ਤੇ ਕਿੱਥੇ ਤੁਹਾਡੇ ਕੋਲ ਪਹਿਲੇ ਸਾਲ ਸਿਰਫ 1000 ਫਰੂਟ ਹੈ ਤੇ ਕਿੱਥੇ 5000 ਫਰੂਟ ਹੈ। ਤੇ ਮਤਲਬ ਪਹਿਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਕਾਸਟ ਕਵਰ ਬੰਦੇ ਦੀ ਬਹੁਤ ਵਧੀਆ ਕਵਰ ਹੋ ਜੂਗੀ, ਕਿਉਂਕਿ ਆਉਣ ਵਾਲੇ ਟਾਈਮ 'ਚ ਹੁਣ 4-5 ਸਾਲ ਇਹਦਾ ਰੇਟ ਵਧੀਆ ਰਹਿਣਾ ਤੇ ਉਹਦੇ ਦੌਰਾਨ ਜੇ ਆਪਾਂ ਦੇਖੀਏ ਜਾਈਏ ਤਾਂ ਜਿੰਨੀ ਜਲਦੀ ਤੇ ਵੱਧ ਆਪਾਂ ਪ੍ਰੋਡਕਸ਼ਨ ਲੈ ਲਈਏ ਤਾਂ ਆਪਾਂ ਆਪਣੀ ਉਨੀ ਜਲਦੀ ਕਾਸਟ ਕਵਰ ਕਰ ਸਕਦੇ ਹਾਂ। ਜਸਪ੍ਰੀਤ ਜੀ, ਉੱਪਰ ਤਾਂ ਵਾਇਰਸ ਮੈਂ ਦੇਖ ਲਿਆ, ਨੀਚੇ ਜਿਹੜੀਆਂ ਵਾਇਰਸ ਲੱਗੀਆਂ ਨੇ ਇਹ ਕਿਸ ਚੀਜ਼ ਲਈ? ਇਹ ਵਾਇਰ ਨਹੀਂ ਜੀ, ਇਹ ਪਾਈਪ ਹੈ, ਇਹ ਇਨਲਾਈਨ ਡ੍ਰਿਪ ਹੈ। ਇਹ ਜਿਹਨੂੰ ਆਪਾਂ ਤੁਪਕਾ ਸਿੰਚਾਈ ਵੀ ਕਹਿ ਦਿੰਦੇ ਆ। ਇਹ ਤੁਪਕਾ ਪਾਣੀ ਸੁੱਟਦੀ ਆ ਬੂਟੇ ਦੇ ਜੜ ਦੇ ਵਿੱਚ, ਖੁੱਲਾ ਪਾਣੀ ਨਹੀਂ ਆਉਂਦਾ ਤੇ ਜਿਹੜਾ ਥੋੜਾ ਪਾਣੀ ਆਉਂਦਾ ਬੂਟੇ ਨੂੰ ਰੱਜਵਾਂ ਪਾਣੀ ਮਿਲਦਾ ਪਰ ਥੋੜਾ ਮਿਲਦਾ, ਉਹਦੇ ਨਾਲ ਬੂਟੇ ਦੀ ਗਰੋਥ ਸੋਹਣੀ ਹੁੰਦੀ ਹੈ ਤੇ ਬਿਮਾਰੀ ਨਹੀਂ ਲੱਗਦੀ। ਇਹ ਜਿੰਨਾ ਵੀ ਸਾਡਾ ਬਾਗ ਹੈ, ਚਾਹੇ ਕਿੰਨੂ ਹੈ, ਚਾਹੇ ਖਜੂਰ ਹੈ, ਚਾਹੇ ਸਟ੍ਰਾਬੇਰੀ ਹੈ, ਚਾਹੇ ਡਰੈਗਨ ਹੈ, ਇਹ ਸਾਰਾ ਡ੍ਰਿਪ ਇਰੀਗੇਸ਼ਨ ਤੇ ਹੈ। ਜੀ ਹੁਣ ਤੁਸੀਂ ਇੱਕ ਵਾਰੀ ਨਜ਼ਰ ਮਾਰ ਕੇ ਕਿੰਨੂਆਂ ਦੇ ਬਾਗ ਵੀ ਦੇਖ ਸਕਦੇ ਹੋ, ਫਿਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਜਿਹੜਾ ਸਟ੍ਰਾਬੇਰੀ ਦਾ ਬੈੱਡ ਲਗਾਇਆ ਗਿਆ, ਬਿਲਕੁਲ ਜੀ ਸਟ੍ਰਾਬੇਰੀ ਜਿਹੜਾ ਕਿ ਇਹਨਾਂ ਨੇ ਟ੍ਰਾਇਲ ਬੇਸ ਤੇ ਲਗਾਈ ਸੀ ਔਰ ਬੜੀ ਅੱਛੀ ਜਿਹੜੀ ਕਿ ਸਟ੍ਰਾਬੇਰੀ ਇਹਨਾਂ ਦੇ ਬਗੀਚੇ ਦੇ ਵਿੱਚ ਹੁਣ ਉੱਭਰ ਕੇ ਨਿਕਲ ਕੇ ਬਾਹਰ ਆਈ ਹੈ। ਇੱਕ ਵਾਰੀ ਆਪਣੇ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਰਾਹੀਂ ਜ਼ਰੂਰ ਦਿਖਾਇਆ ਜਾਵੇ ਜਿਹੜਾ ਕਿ ਸਟ੍ਰਾਬੇਰੀ ਕਦੋਂ ਲਗਾਈ ਸੀ, ਕਿੰਨੇ ਕੁ ਟਾਈਮ ਹੋ ਗਿਆ? ਇਹ ਜੀ ਅਕਤੂਬਰ ਦੇ ਐਂਡ ਦੇ ਵਿੱਚ ਪਲਾਂਟੇਸ਼ਨ ਕੀਤੀ ਇਸੇ ਸਾਲ ਹੀ? ਹਾਂਜੀ 2022 ਅਕਤੂਬਰ ਦੇ ਵਿੱਚ ਤੇ ਉਸ ਟਾਈਮ ਪਲਾਂਟੇਸ਼ਨ ਕੀਤੀ ਸੀ। ਇਹ ਬੇਸਿਕਲੀ ਟ੍ਰਾਇਲ ਕੀਤਾ ਜੀ, ਕਿਉਂਕਿ ਜਿਵੇਂ ਬਾਗ ਦੇ ਵਿੱਚ ਡਰੈਗਨ ਦੇ ਵਿੱਚ ਵੀ ਬਹੁਤ ਫਾਲਤੂ ਜਗ੍ਹਾ ਪਈ ਰਹਿੰਦੀ ਹੈ, ਉਸ ਕਰਕੇ ਟ੍ਰਾਇਲ ਕਰਕੇ ਦੇਖਿਆ ਸੀਗਾ ਜੇ ਕਿ ਮੇਰੇ ਤੋਂ ਸਟ੍ਰਾਬੇਰੀ ਹੋ ਜਾਊਗੀ ਕਿ ਨਹੀਂ ਹੋਊਗੀ। ਵੈਸੇ ਤਾਂ ਪੰਜਾਬ 'ਚ ਹੋ ਰਹੀ ਹੈ ਪਰ ਖੁਦ ਵੀ ਕਰਕੇ ਦੇਖਣਾ ਚਾਹੀਦਾ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ। ਉਸ ਲਈ ਟ੍ਰਾਇਲ ਕੀਤਾ ਸੀਗਾ, 1000 ਕੁ ਪੌਦਾ ਲਗਾਇਆ, ਉਹਦੇ 'ਚੋਂ 700 ਕੁ ਪੌਦਾ ਬਚ ਗਿਆ ਤੇ ਬਹੁਤ ਸੋਹਣੀ ਕਰੋਪ ਆਈ ਹੈ ਤੇ ਕਮਰਸ਼ੀਅਲ ਯੀਲਡ ਆ ਰਹੀ ਹੈ। ਬਹੁਤ ਤੋੜਾਈਆਂ ਹੋ ਚੁੱਕੀਆਂ, ਹੁਣ ਇਹਦਾ ਵੈਸੇ ਐਂਡ ਹੈ, ਮਤਲਬ ਆ 10-15 ਦਿਨ ਰਹਿ ਗਏ ਸਟ੍ਰਾਬੇਰੀ ਦੇ, ਇਸ ਤੋਂ ਬਾਅਦ ਇਹਦੀ ਫਰੂਟਿੰਗ ਖਤਮ ਹੋ ਜਾਣੀ ਹੈ। ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾ ਰਹੀ ਹਾਂ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਸਟ੍ਰਾਬੇਰੀ ਹੈ ਜਿਹੜੀ ਕਿ ਇਹਨਾਂ ਨੇ ਲਗਾਈ ਹੋਈ ਹੈ। ਇੱਕ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਕਿ ਕਿੰਨੇ ਸੋਹਣੇ ਫਰੂਟ ਆਏ ਹੋਏ ਨੇ। ਇੱਕ ਫਰੂਟ ਮੈਂ ਤੋੜ ਕੇ ਜ਼ਰੂਰ ਦਿਖਾਉਣਾ ਚਾਹੂੰਗੀ ਕਿ ਜਿਹੜੇ ਕਿ ਦਰਸ਼ਕ ਦੇਖ ਸਕਣ ਕਿ ਕਿੰਨਾ ਕੁ ਸੋਹਣਾ ਹੈ। ਜਿਹੜਾ ਕਿ ਜਸਪ੍ਰੀਤ ਜੀ ਮੈਨੂੰ ਥੋੜਾ ਨੌਲੇਜ ਨਹੀਂ ਤੁਸੀਂ? ਹਾਂਜੀ ਜ਼ਰੂਰ ਜੀ ਜ਼ਰੂਰ। ਇਹ ਆਪਣਾ ਜੀ ਆ ਲੈ ਜੀ ਸਟ੍ਰਾਬੇਰੀ ਦਾ ਜੀ, ਸਟ੍ਰਾਬੇਰੀ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਕਿ ਸਟ੍ਰਾਬੇਰੀ ਦਾ 1000 ਕੁ ਪੌਦਾ ਜਸਪ੍ਰੀਤ ਨੇ ਲਗਾਇਆ ਸੀ ਆਪਣੇ ਬਾਗ ਦੇ ਵਿੱਚ, ਜਿਹੜਾ ਕਿ 700 ਪੌਦਾ ਬਚਿਆ ਤੇ ਨੈਕਸਟ ਜਿਹੜਾ ਈਅਰ ਦੇ ਵਿੱਚ ਤੁਸੀਂ ਇਸ ਨੂੰ ਹੋਰ ਪੌਦੇ ਲਗਾ ਕੇ ਹੁਣ ਇਸ ਦੀ ਵੀ ਰਿਟੇਲ ਕਰੋਗੇ? ਹਾਂਜੀ, ਇਹਦਾ ਹਰ ਸਾਲ ਪੌਦਾ ਲਾਉਣਾ ਪੈਂਦਾ ਜੀ। ਇਹਦਾ ਹੁਣ ਇਸ ਸਾਲ ਅਸੀਂ ਦੁਬਾਰਾ ਲਗਾਵਾਂਗੇ, ਡਰੈਗਨ ਦੇ ਵਿੱਚ ਇੰਟਰ ਕਲਟੀਵੇਟ ਹੀ ਕਰਾਂਗੇ ਇਹਨੂੰ। ਲੋ ਜੀ, ਹੁਣ ਤੁਹਾਨੂੰ ਬਾਗ ਤਾਂ ਦਿਖਾ ਦਿੱਤਾ, ਡਰੈਗਨ ਫਰੂਟ ਦਾ, ਕਾਫੀ ਦਾ ਪੌਦਾ ਵੀ ਦਿਖਾ ਦਿੱਤਾ, ਹੁਣ ਪੌਦਾ ਦਿਖਾ ਰਿਹਾ ਇੱਕ ਅਜਿਹੇ ਫਰੂਟ ਦਾ ਜਿਹਦੀ ਕਾਸਟ ਕਾਫੀ ਜ਼ਿਆਦਾ ਹੈ। ਉਹ ਛੋਟਾ ਜਿਹਾ ਪੌਦਾ ਤੁਸੀਂ ਦੇਖ ਸਕਦੇ ਹੋ ਪਰ ਇੱਥੇ ਲੱਗਣ ਵਾਲੇ ਫਰੂਟ ਦੀ ਕਾਸਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੈ ਔਰ ਇਹ ਫਰੂਟ ਜਿਹੜਾ ਲੱਗ ਰਿਹਾ ਦੈਟ ਇਜ਼ ਅ ਬਲੈਕਬੇਰੀ। ਬਿਲਕੁਲ ਸਹੀ ਕਿਹਾ? ਹਾਂਜੀ, ਬਲੈਕਬੇਰੀ ਹੈ ਜੀ। ਇਹ ਕਿੰਨਾ ਕੁ ਟਾਈਮ ਲੈਂਦਾ ਹੈ ਡਿਵੈਲਪ ਹੋਣ ਨੂੰ ਤੇ ਕਿਸ ਤਰ੍ਹਾਂ ਕਿੱਥੋਂ ਮੰਗਵਾਇਆ ਸੀ ਪੌਦੇ? ਇਹ ਮੈਂ ਅਸਾਮ ਤੋਂ ਮੰਗਵਾਏ ਸੀਗੇ ਜੀ ਪੌਦੇ ਤੇ ਇਹਨੂੰ ਹਰ ਸਾਲ ਫਰੂਟਿੰਗ ਆਉਂਦੀ ਹੈ। ਜਿਹੜਾ ਪੁਰਾਣਾ ਇਹਦਾ ਟਾਹਣੀ ਹੁੰਦੀ ਆ ਉਹਨੂੰ ਫਰੂਟ ਆਉਂਦਾ, ਜਿਹੜਾ ਆ ਨਵੀਂ ਟਾਹਣੀ ਹੈ
ਇਹਨੂੰ ਅਗਲੇ ਸਾਲ ਫਰੂਟ ਆਊਗਾ, ਜਿਹੜੀ ਪੁਰਾਣੀ ਟਾਹਣੀ ਆ ਉਹਨੂੰ ਫਰੂਟ ਆਉਂਦਾ ਇਸ ਸਾਲ ਜੀ। ਯਾਨੀ ਕਿ ਜਿਹੜੀ ਛੋਟੀ ਟਾਹਣੀ ਹੈ ਉਹ ਫਰੂਟ ਦੇ ਕੇ ਜਾਂਦੀ ਹੈ। ਅਗਲੇ ਸਾਲ ਲਈ ਇਹ ਟਾਹਣੀ ਤਿਆਰ ਹੋ ਰਹੀ ਹੈ ਫਰੂਟਿੰਗ ਦੇਣ ਲਈ। ਇਹ ਮੇਰਾ ਟ੍ਰਾਇਲ ਸੀਗਾ ਇਸ ਸਾਲ, ਇਹ ਵਧੀਆ ਰਿਹਾ ਫਰੂਟਿੰਗ ਆ ਗਈ। ਕਿੰਨਾ ਸਕਸੈਸ ਰਿਹਾ? ਇਹ 100% ਸਕਸੈਸ ਹੈ ਜੀ। ਮੇਰੇ 40-50 ਬੂਟੇ ਮੰਗਾਏ ਸੀਗੇ, ਕੁਝ ਪੌਟ 'ਚ ਰੱਖੇ ਸੀਗੇ, ਕੁਝ ਜ਼ਮੀਨ 'ਚ ਰੱਖੇ ਸੀਗੇ। ਪੌਟ 'ਚ ਅਸੀਂ ਤਾਂ ਰੱਖਦੇ ਹਾਂ ਜੇ ਬਾਈ ਚਾਂਸ ਜ਼ਮੀਨ ਦੇ ਮਰ ਜਾਣ ਜਾਂ ਕੁਝ ਮੌਸਮ ਇਹੋ ਜਿਹਾ ਹੋ ਜਾਵੇ ਤਾਂ ਇਹਨਾਂ ਨੂੰ ਅਸੀਂ ਅੰਦਰ ਸ਼ਿਫਟ ਕਰ ਸਕੀਏ, ਬਟ ਦੋਨੋਂ ਪੌਦੇ ਵਧੀਆ ਚੱਲ ਰਹੇ ਆ। ਇੱਕ ਪੌਦਾ ਮਤਲਬ ਕਿੰਨੀ ਕੁ ਕੇਅਰ ਮੰਗਦਾ? ਜ਼ਿਆਦਾ ਕੇਅਰ ਨਹੀਂ ਮੰਗਦਾ ਜੀ। ਤੁਸੀਂ ਜੇ ਡੇਲੀ ਤੁਸੀਂ ਬਾਗ 'ਚ ਆ ਰਹੇ ਹੋ ਜਾਂ 2 ਦਿਨ ਛੱਡ ਕੇ ਵੀ ਆ ਰਹੇ ਹੋ, ਤੁਸੀਂ ਬਾਗ ਨੂੰ ਦੇਖੋ। ਜੇ ਤੁਹਾਡਾ ਬੂਟਾ ਹੈਲਦੀ ਆ ਤਾਂ ਉਹਨੂੰ ਕੁਝ ਕਰਨ ਦੀ ਲੋੜ ਨਹੀਂ। ਜੇ ਕੁਝ ਸਿੰਪਟਮ ਦਿਖਾ ਰਿਹਾ, ਜਿਵੇਂ ਇਨਸਾਨ ਦਾ ਢਿੱਡ ਦਰਦ ਹੁੰਦਾ, ਕੋਈ ਦਵਾਈ ਦੇਣੀ ਪੈਂਦੀ, ਉੱਦਾਂ ਹੀ ਬੂਟੇ ਨੂੰ ਜੇ ਕੋਈ ਦਿੱਕਤ ਆ ਉਹਨੂੰ ਦਵਾਈ ਦਿਓ, ਟਰੀਟਮੈਂਟ ਕਰੋ, ਕੋਈ ਦਿੱਕਤ ਨਹੀਂ। ਤੇ ਟ੍ਰੀਟਮੈਂਟ ਸਾਰੇ ਯਾਨੀ ਕਿ ਪੰਜਾਬ ਦੇ ਵਿੱਚ ਪੋਸੀਬਲ ਨੇ? ਸਭ ਕੁਝ A to Z। ਸੋ ਲਾਸਟ ਸਵਾਲ ਹੈ ਜਿਹੜੇ ਕਿ ਤੁਹਾਨੂੰ ਪੁੱਛਣਾ ਚਾਹਾਂਗੀ, ਨੌਜਵਾਨ ਕਿੰਨੇ ਕੁ ਪੈਸੇ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਸਟਾਰਟ ਕਰ ਸਕਦੇ ਨੇ, ਬਗੀਚੇ ਲਗਾ ਸਕਦੇ ਨੇ? ਮੈਂ ਨਹੀਂ ਕਹਿੰਦਾ ਡਰੈਗਨ ਲਗਾਓ, ਮੈਂ ਕਹਿ ਰਿਹਾ ਅਮਰੂਦ ਦੀਆਂ ਬਹੁਤ ਸੋਹਣੀਆਂ ਕਿਸਮਾਂ ਹੈਗੀਆਂ। VNR ਕਿਸਮ ਹੈਗੀ ਆ, ਹਿਸਾਰ ਸਫੇਦਾ, ਰੈੱਡ ਡਾਇਮੰਡ ਨਵੀਂ ਵੈਰਾਈਟੀ ਆਈ ਹੈ। 50 ਤੋਂ 60 ਹਜ਼ਾਰ ਰੁਪਏ ਦੇ ਵਿੱਚ ਵਧੀਆ ਬਾਗ ਲੱਗ ਜਾਂਦਾ। ਤੁਸੀਂ ਉਹ ਨਹੀਂ ਲਗਾਉਣਾ, ਤੁਸੀਂ ਪੱਥਰਨਾਖ ਮਿਲ ਜਾਂਦੀ ਹੈ, ਨਾਸ਼ਪਤੀ ਮਿਲ ਜਾਂਦੀ ਹੈ, ਆੜੂ ਮਿਲ ਜਾਂਦਾ, PAU ਤੋਂ 50-60 ਰੁਪਏ ਦਾ ਬੂਟਾ ਮਿਲਦਾ, ਤੁਸੀਂ ਉਹ ਲਗਾਓ। ਉਹ 4-5 ਸਾਲ ਬਾਅਦ ਠੇਕੇ ਤੇ ਚੜ੍ਹ ਜਾਂਦਾ ਵਧੀਆ, 2.5 ਤੋਂ 3 ਲੱਖ ਰੁਪਏ ਉਹਦਾ ਠੇਕਾ ਮਿਲ ਜਾਂਦਾ। ਕਣਕ ਝੋਨੇ ਨਾਲੋਂ 100 ਦਰਜੇ ਵਧੀਆ ਬਾਗ ਮੈਂ ਮੰਨਦਾ ਜੀ। ਲੋ ਜੀ, ਜਸਪ੍ਰੀਤ ਜੀ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਨੌਜਵਾਨ ਨੂੰ ਇੱਕ ਚੰਗੀ ਸੇਧ ਤੇ ਵੀ ਪਾਇਆ। ਉਹਨਾਂ ਨੇ ਕਿਹਾ ਕਿ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਸੀਂ ਅਜਿਹੇ ਬਗੀਚੇ ਜਿਹੜੇ ਕਿ ਲਾ ਸਕਦੇ ਹੋ, ਜਿਹੜੇ ਕਿ ਤੁਹਾਨੂੰ ਇੱਕ ਚੰਗੀ ਰਕਮ ਛੱਡ ਕੇ ਜਾਣਗੇ ਤੇ ਕੰਮ ਦਾ ਕੰਮ ਵੀ ਤੁਹਾਨੂੰ ਦੇ ਕੇ ਜਾਣਗੇ। ਔਰ ਰਹੀ ਗੱਲ ਇਹਨਾਂ ਤੇ ਟਾਈਮ ਦੀ, ਤੇ ਬਹੁਤ ਜ਼ਿਆਦਾ ਟਾਈਮ ਹੈ ਜਿਹੜਾ ਕਿ ਨਹੀਂ ਮੰਗਦੇ। ਇੱਕ ਕੇਅਰ ਤਾਂ ਕਰਨੀ ਬਣਦੀ ਹੈ। ਹਰੇਕ ਤਰ੍ਹਾਂ ਦੀ ਦਵਾਈ ਇਹਨਾਂ ਪੌਦਿਆਂ ਦੇ ਲਈ ਪੰਜਾਬ ਦੇ ਵਿੱਚ ਵੀ ਉਪਲਬਧ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਜਸਪ੍ਰੀਤ ਜੀ ਨਾਲ ਇਹਨਾਂ ਦੇ YouTube ਚੈਨਲ ਰਾਹੀਂ ਇਹਨਾਂ ਨੂੰ ਜੁੜ ਸਕਦੇ ਹੋ ਜੀ। ਨਹੀਂ, ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ YouTube ਚੈਨਲ ਜਿਹੜਾ ਮੇਰਾ ਹੈਗਾ ਕੰਡਾਲ ਐਗਰੋ ਫਾਰਮ ਹੈ, ਤੇ ਉਹਦੇ ਨਾਂ ਤੇ ਮੇਰਾ ਚੈਨਲ ਹੈਗਾ, ਤੇ ਉਹਦੇ ਤੇ ਤਕਰੀਬਨ ਜਿੰਨੇ ਵੀ ਮੇਰੇ ਬਾਗ 'ਚ ਜੋ ਬੂਟੇ ਹੈਗੇ ਆ ਉਹਨਾਂ ਦੇ ਸਾਰੀ ਜਾਣਕਾਰੀ ਉਹਨਾਂ ਤੇ ਹੈਗੀ ਜੀ। ਜ਼ਿਆਦਾ ਜਾਣਕਾਰੀ ਜੇਕਰ ਤੁਸੀਂ ਬੂਟਿਆਂ ਨੂੰ ਲੈ ਕੇ ਦਿਲਚਸਪੀ ਦਿਖਾ ਰਹੇ ਹੋ, ਜ਼ਿਆਦਾ ਜਾਣਕਾਰੀ ਲੈਣ ਦੇ ਲਈ ਲੁਧਿਆਣਾ ਦੇ ਈਸੇਵਾਲ ਵਿਖੇ ਇਸ ਨੌਜਵਾਨ ਨੂੰ ਆ ਕੇ ਮੁਲਾਕਾਤ ਵੀ ਕਰ ਸਕਦੇ ਹੋ। ਫਿਲਹਾਲ ਤੁਹਾਨੂੰ ਇਹ ਸਟੋਰੀ ਕਿਹੋ ਜਿਹੀ ਲੱਗੀ, ਇਸ ਨੌਜਵਾਨ ਦਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਕੀਤਾ ਗਿਆ ਉਪਰਾਲਾ ਕਿਹੋ ਜਿਹਾ ਲੱਗਿਆ, ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਚੰਗਾ ਲੱਗਿਆ ਤੇ ਸ਼ੇਅਰ ਵੀ ਜ਼ਰੂਰ ਕਰਨਾ। ਤੁਸੀਂ ਦੇਖ ਰਹੇ ਸੀ ਨੇਸ਼ਨ ਪੋਸਟ।